ਅਸੀਂ ਕਿੱਧਰ ਨੂੰ ਜਾ ਰਹੇ ਹਾਂ? ਕਿ ਲੋਕਤੰਤਰ ਸੱਚਮੁੱਚ ਲੋਕਤੰਤਰ ਹੈ? ਕਿੰਨਾ ਕੁਝ ਹੋ ਚੁੱਕਿਆ ਹੈ ਪਰ ਆਵਾਜ਼ ਕਿਤੇ ਨਹੀਂ ਉੱਠੀ। ਕਿਸਾਨਾਂ ਨੇ ਇੱਕ ਲੰਮਾ ਸੰਘਰਸ਼ ਸ਼ੁਰੂ ਕੀਤਾ ਹੈ ਜੋ ਇੱਕ ਮਿਸਾਲ ਬਣਨ ਜਾ ਰਿਹਾ ਹੈ। ਜੋ ਸ਼ਾਸਕ ਹੁੰਦਾ ਹੈ ਉਹਦੇ ਕੋਲੇ ਜਦੋਂ ਪਾਵਰ ਆ ਜਾਂਦੀ ਹੈ ਨਾ, ਫਿਰ ਉਹ ਆਪ ਹੁਦਰੀਆਂ ਕਰਦਾ ਹੈ ਔਰ ਉਹਨਾਂ ਆਪ ਹੁਦਰੀਆਂ ਵਿੱਚ ਆਮ ਜਨਤਾ ਪਿਸਦੀ ਹੈ। ਕਿ ਪਿਛਲੇ 6 ਮਹੀਨਿਆਂ ਤੋਂ ਸਾਡੇ ਕਿਸਾਨ ਉੱਥੇ ਬੈਠੇ ਨੇ ਔਰ ਉਹਨਾਂ ਤੋਂ ਕਿਸ ਕਿਸਮ ਦੀ ਅਤਿਆਚਾਰ ਉਹਨਾਂ ਤੇ ਕੀਤਾ ਜਾ ਚੁੱਕਿਆ ਹੁਣ ਤੱਕ। ਇਹ 6 ਮਹੀਨੇ ਆਪਣੇ ਆਪ ਦੇ ਵਿੱਚ ਹੀ ਬਹੁਤ ਵੱਡਾ ਅਤਿਆਚਾਰ ਹੈ। ਪ੍ਰਧਾਨ ਮੰਤਰੀ ਆਪਣੇ ਆਵਾਸ ਵਾਸਤੇ, ਆਪਣੇ ਰਹਿਣ ਵਾਸਤੇ ਕਿੱਡਾ ਵੱਡਾ ਇੱਕ ਉੱਥੇ ਮਹਿਲ ਤਿਆਰ ਹੋ ਰਿਹਾ ਹੈ। ਡੇਰਾ ਸੱਚਾ ਸੌਦਾ ਦੇ ਰਾਮ ਰਹੀਮ ਦੀ ਰਿਹਾਈ ਤੇ ਵੀ ਲੋਕਾਂ ਨੇ ਸਵਾਲ ਉਠਾਇਆ ਕਿ ਸਮਾਂ ਇਸ ਕਿਸਮ ਦਾ ਕਿਉਂ ਬਣਾਇਆ ਗਿਆ ਕਿ ਜਦੋਂ ਲੋਕ ਪਰੇਸ਼ਾਨ ਹੋ ਰਹੇ ਨੇ, ਪੰਜਾਬ ਦੇ ਵਿੱਚ ਸਿਆਸਤ ਇੱਕ ਵੱਖਰਾ ਰੰਗ ਫੜਦੀ ਜਾ ਰਹੀ ਹੈ, ਤਾਂ ਕੀ ਇਹ ਸਾਡੇ ਲੋਕਤੰਤਰ ਦੀ ਇੱਕ ਆਪਣੇ ਆਪ ਦੇ ਵਿੱਚ ਛਵੀ ਹੈ? ਅਸੀਂ ਇਸ ਤਰ੍ਹਾਂ ਦਾ ਲੋਕਤੰਤਰ ਲੋਕਾਂ ਨੂੰ ਦੇਣਾ ਚਾਹੁੰਦੇ ਹਾਂ। ਹੁਣ ਇੱਕ ਨਵੀਂ ਚੀਜ਼ ਤਿਆਰ ਕਰ ਰਹੇ ਆ ਇਹ ਡੇਰਾ ਸਾਹਿਬ ਵਾਲੀ, ਜਿਹੜੀ ਹੁਣ ਉਹਨੂੰ ਪਰੋਲ ਦਿੱਤੀ ਗਈ ਆ। ਔਰ ਦੂਸਰੀ ਗੱਲ ਜਿਹੜੀ ਅਰਦਾਸ ਕਰਾਈ ਗਈ ਆ, ਤੋਂ ਨਾ ਕੈਪਟਨ ਤੋਂ ਕੁਛ ਹੋਣਾ ਨਾ ਸੁਖਬੀਰ ਤੋਂ ਹੋਣਾ। ਇਹ ਕੋਈ ਮੈਨੂੰ ਲੱਗਦਾ ਕਿ ਉਹ ਸਿੰਘ ਨੂੰ ਕੋਈ ਸਿੰਘ ਹੀ ਗੱਡੀ ਚੜਾਊਗਾ, ਉਹ ਹੋਰ ਕਿਸੇ ਦੇ ਵੱਸ ਦੀ ਗੱਲ ਨਹੀਂ। ਇਹ ਬੀਜੇਪੀ ਵਾਲਿਆਂ ਨੇ ਕਰਾਈ ਹੈ ਔਰ ਪੰਜਾਬ ਦੇ ਉੱਤੇ ਉਹਨਾਂ ਦੀ ਅੱਖ ਹੈ, ਜਿਹੜੀ ਕਿ ਬਹੁਤ ਮੁਸ਼ਕਿਲ ਹੈ। ਪਤਾ ਇਹਨਾਂ ਨੂੰ ਲੱਗੂਗਾ ਜਦੋਂ ਫੀਲਡ ਦੇ ਵਿੱਚ ਆਉਣਗੇ। ਇਹ ਕਿਸਾਨ ਇੱਕ ਐਸਾ ਵਿਚਾਰਾ ਪ੍ਰਾਣੀ ਹੈ ਜਿਹੜਾ ਆਪਣਾ ਸਭ ਕੁਝ ਵੇਚ ਵੱਟ ਕੇ ਮਤਲਬ ਫਸਲ ਪੈਦਾ ਕਰਦਾ। ਉਹਦਾ ਜਿਹੜਾ ਟਿਕਟ ਹੈ ਆੜਤੀ ਆਪਣੀ ਮਨਮਰਜ਼ੀ ਦਾ ਲਾਉਂਦਾ। ਮਤਲਬ ਅਸੀਂ ਆਪਣੇ ਪ੍ਰੋਡਕਟ ਆਪ ਪੈਦਾ ਕਰਦੇ ਆ, ਉਹਦਾ ਰੇਟ ਕੋਈ ਹੋਰ ਲਾਉਂਦਾ। ਮੰਡੀਆਂ ਦੇ ਵਿੱਚ ਫੈਕਟਰੀ ਤੋਂ ਲੈ ਕੇ ਡੀਐਮ ਤੱਕ, ਚੇਅਰਮੈਨ ਤੱਕ, ਇਹ 45 ਪੈਸੇ ਪਰ ਕੁਆਂਟਲ ਦਾ ਕਮਿਸ਼ਨ ਇਹਨਾਂ ਨੂੰ ਜਾਂਦਾ। ਇਹ ਕਿਸੇ ਨੂੰ ਗੱਲ ਪਤਾ ਨਹੀਂ ਹੈ। ਨਾਲ ਤੇ ਅਸੀਂ ਆਪਣੀ ਹੋਂਦ ਵਾਸਤੇ ਲੜ ਰਹੇ ਹਾਂ। ਪ੍ਰੋਡਕਸ਼ਨ ਕਿਸਾਨ ਨੇ ਕੀਤੀ ਹੈ ਤੇ ਉਹਨਾਂ ਨੇ ਵੇਚੀ ਹੈ। ਤੁਸੀਂ ਦੇਖੋ ਚਿੱਟੇ ਕੱਪੜੇ ਵਾਲੇ ਬੈਠੇ ਹੀ ਕਰੋੜਾਂ ਰੁਪਏ ਕਮਿਸ਼ਨ ਖਾਜਦੇ ਨੇ। ਇਹ ਸੱਚੇ ਦੇ ਸੱਚੇ। ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਬੰਗਾਲੀਆਂ ਦੇ ਪੰਜਾਬੀਆਂ ਦਾ ਯੋਗਦਾਨ ਸੀਗਾ। ਜਿਵੇਂ ਬੰਗਾਲੀਆਂ ਨੇ ਇਹਨਾਂ ਦੇ ਸਾਰਾ ਕੁਝ ਖਾਧਾ, ਖਾ ਕੇ ਇਹਨਾਂ ਦੇ ਪੈਸੇ ਵੀ ਲਏ, ਇਹਨਾਂ ਦੇ ਕਿੱਕ ਮਾਰੀ, ਇਹਨਾਂ ਨੇ ਇੱਕ ਮਾਰ ਦਿੱਤੀ ਅੰਦਰ ਵਗਾ ਕੇ। ਉਦਾਂ ਅਸੀਂ ਕਰਨਾ, ਇਹਨਾਂ ਤੋਂ ਲੈਣਾ ਵੀ ਸਾਰਾ ਕੁਝ, ਖਾਣਾ ਵੀ ਸਾਰਾ ਕੁਝ। ਇਹਨਾਂ ਨੂੰ ਕੋਈ ਸਾਹਮਣੇ ਤਾੜੀ ਮਾਰੇ, ਪਰ ਇਹਨਾਂ ਨੂੰ ਵੋਟ ਨਹੀਂ ਪਾਉਣੀ। ਕਿ ਵੋਟ ਫਿਰ ਪਾਉਣੀ ਕਿਹਨੂੰ ਹੈ? ਵੋਟ ਜੇ ਵਰਤਮਾਨ ਨੂੰ ਨਹੀਂ ਪਾਉਣੀ ਤਾਂ ਫਿਰ ਪਾਉਣੀ ਕਿਹਨੂੰ ਹੈ? ਇਸ ਟਾਈਮ ਵੱਡਾ ਸਵਾਲ ਇਹ ਵੀ ਬਣਿਆ ਹੋਇਆ ਹੈ। ਕਿਸੇ ਗੱਲ ਦਾ ਮਤਲਬ ਨਹੀਂ ਆ। ਉਹਨਾਂ ਨੂੰ ਇਹ ਆ ਵੀ ਠੀਕ ਆ, ਅਸੀਂ ਮੰਦਿਰ ਬਣਾ ਲਿਆ ਤੇ ਉਸ ਤੋਂ ਬਾਅਦ ਅਸੀਂ ਕਵਾਂਗੇ ਜੀ ਇਹ ਹਿੰਦੂ ਰਾਜ ਬਣਾਉਣਾ ਆ ਤੇ ਉਹਦੇ ਸਿਰ ਤੇ ਸਾਨੂੰ ਵੋਟਾਂ ਮਿਲ ਜਾਣੀਆਂ ਨੇ। ਸਾਡੇ ਅਮਰੀਕਾ ਵਰਗੇ ਦੇਸ਼ਾਂ ਇੱਥੇ ਜਿਹੜੀ ਪਾਰਟੀ ਉਹਨੂੰ ਕੁਝ ਕਰਨਾ ਪੈਂਦਾ ਆ। ਜਿਹੜੀ ਨਹੀਂ ਕਰਦੇ ਉਹ ਮਤਲਬ ਉਹਦੀ ਅਗਲੀ ਵਾਰੀ ਸਰਕਾਰ ਨਹੀਂ ਆਉਂਦੀ। ਜੇ ਟਰੰਪ ਨੇ ਮੋਦੀ ਦੇ ਯਾਰ ਨੇ ਕੁਛ ਨਹੀਂ ਨਾ ਕੀਤਾ ਇੱਥੇ ਤੇ ਉਹ ਵੱਲੋਂ ਚੋਲਾ ਚੁੱਕ ਕੇ ਲਵੇਂ ਮਾਰਿਆ ਹੈ। ਅਜੇ ਉਹਨੂੰ ਵੀ ਆਸ ਹੈਗੀ ਸੀ ਕਿ ਮੈਂ ਗੋਰਿਆਂ ਨੂੰ ਜਿਹੜੀ ਦੇ ਰਿਹਾ ਵਾਂ ਲੋਲੀਪਾਪ, ਗੋਰੇ ਮੈਨੂੰ ਵੋਟਾਂ ਪਾਉਣਗੇ। ਸਮੇਂ ਤੋਂ ਇੰਤਜ਼ਾਰ ਕੀਤੀ ਜਾ ਰਹੀ ਸੀ ਕਿ ਕੇਂਦਰ ਕਿਸਾਨਾਂ ਦੀ ਗੱਲ ਸੁਣੇਗਾ, ਗੱਲਬਾਤ ਜਾਰੀ ਹੋਏਗੀ। ਤਾਂ ਹੁਣ ਅੱਕ ਕੇ ਕਿਸਾਨਾਂ ਨੇ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ। 25 ਮਈ ਤੱਕ ਗੱਲ ਸ਼ੁਰੂ ਕਰਨੀ ਹੈ ਜਾਂ ਸਾਡੀ ਗੱਲ ਮੰਨਣੀ ਹੈ ਕਿ ਨਹੀਂ ਦੱਸ ਦਿਓ, ਨਹੀਂ ਤਾਂ ਫਿਰ ਅੱਗੋਂ ਇੱਕ ਬਹੁਤ ਵੱਡੇ ਐਲਾਨ ਹੋਣ ਜਾ ਰਹੇ ਨੇ। ਮਜਬੂਰ ਨੇ ਇਸ ਸਮੇਂ ਦੇ ਵਿੱਚ ਜਦੋਂ ਕਿ ਕਰੋਨਾ ਦਾ ਕਹਿਰ ਜਾਰੀ ਹੈ। ਪ੍ਰੋਗਰਾਮ ਹੈਲੋ ਗਲੋਬਲ ਪੰਜਾਬ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਤੁਸੀਂ ਸਾਡੇ ਨਾਲ ਲਗਾਤਾਰ ਜੁੜੇ ਰਹਿੰਦੇ ਹੋ, ਪ੍ਰੋਗਰਾਮ ਵੇਖਦੇ ਰਹਿੰਦੇ ਹੋ, ਆਪਣੀਆਂ ਸਾਡੇ ਨਾਲ ਗੱਲਾਂ ਸਾਂਝੀਆਂ ਕਰਦੇ ਰਹਿੰਦੇ ਹੋ। ਸਾਡੇ ਵੱਖ-ਵੱਖ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਦੇ ਨੇ। ਜੋ ਸਾਡੇ ਨਵੇਂ ਦਰਸ਼ਕ ਨੇ ਉਹਨਾਂ ਬਾਰੇ ਦੱਸ ਦਈਏ ਕਿ ਉਹ ਸਾਡੇ ਨਾਲ ਵੱਖ-ਵੱਖ ਪਲੇਟਫਾਰਮਾਂ 'ਤੇ ਵੀ ਜੁੜ ਸਕਦੇ ਨੇ। ਹੋਰ ਵੀ ਬਾਅਦ 'ਚ ਵੀ ਸਾਡੇ ਪ੍ਰੋਗਰਾਮ ਵੇਖਦੇ ਨੇ। roku ਐਪ, Amazon Fire TV 'ਤੇ ਔਰ Apple iOS ਦੇ ਉੱਤੇ ਤੁਸੀਂ ਡਾਊਨਲੋਡ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਐਂਡਰਾਇਡ ਫੋਨ ਦੇ ਪਲੇ ਸਟੋਰ 'ਤੇ ਜਾ ਕੇ ਆਪਣੀ ਐਪ ਪੰਜਾਬ ਦੀ ਕਰ ਸਕਦੇ ਹੋ, ਗਲੋਬਲ TV ਦੀ। YouTube 'ਤੇ ਬਾਅਦ ਦੇ ਵਿੱਚ ਸਾਡੇ ਪ੍ਰੋਗਰਾਮ ਵੇਖ ਸਕਦੇ ਹੋ। ਵੈਬਸਾਈਟਸ ਨੇ ਪੰਜਾਬ ਗਲੋਬਲ TV ਦੀਆਂ, ਉਹਨਾਂ ਦੇ ਉੱਤੇ ਵੀ ਤੁਸੀਂ ਸਾਡੇ ਪ੍ਰੋਗਰਾਮ ਵੇਖ ਸਕਦੇ ਹੋ। ਫੇਸਬੁੱਕ 'ਤੇ ਇਸ ਟਾਈਮ
ਲਾਈਵ ਪ੍ਰੋਗਰਾਮ ਚੱਲ ਰਿਹਾ ਹੈ। ਤੁਸੀਂ ਸਾਡੇ ਨਾਲ ਜੁੜਿਓ। ਸਾਡੇ ਜਿਹੜੇ ਇਸ ਟਾਈਮ ਚੈਨਲ ਪੰਜਾਬੀ ਤੇ ਦਰਸ਼ਕ ਜੁੜੇ ਨੇ, ਅਸੀਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ। ਬਹੁਤ ਸਾਰੀਆਂ ਘਟਨਾਵਾਂ ਵਾਪਰਦੀਆਂ ਨੇ, ਪਰ ਉਹਨਾਂ ਵਿੱਚੋਂ ਕਈ ਵਾਰੀ ਸੋਚਣਾ ਪੈਂਦਾ ਹੈ ਕਿ ਗੱਲ ਕਿਹੜੀ ਤੇ ਕਰੀਏ। ਔਰ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਨੇ ਜਿਨ੍ਹਾਂ ਨੂੰ ਸੋਚ ਕੇ ਕਈ ਵਾਰੀ ਮਨ ਉਦਾਸ ਹੁੰਦਾ ਹੈ। ਲੇਕਿਨ ਗੱਲ ਇਹ ਹੈ ਕਿ ਚੁੱਪ ਨਹੀਂ ਰਹਿਣਾ ਚਾਹੀਦਾ, ਗੱਲ ਕਰਨੀ ਚਾਹੀਦੀ ਹੈ। ਭਾਰਤੀ ਲੋਕਤੰਤਰ ਬਾਰੇ ਦਾਅਵਾ ਕੀਤਾ ਜਾਂਦਾ ਹੈ ਕਿ ਬਹੁਤ ਵੱਡਾ ਲੋਕਤੰਤਰ ਹੈ ਦੁਨੀਆ ਦਾ, ਔਰ ਮਾਣ ਕੀਤਾ ਜਾਂਦਾ, ਸਾਡੇ ਲੀਡਰ ਬਹੁਤ ਵੱਡੇ ਵੱਡੇ ਮਾਣ ਕਰਦੇ ਆ। ਪਰ ਕੀ ਅਸੀਂ ਸੱਚਮੁੱਚ ਲੋਕਤੰਤਰ ਵਿੱਚ ਜਿਉਂ ਰਹੇ ਹਾਂ? ਸਾਡਾ ਲੋਕਤੰਤਰ ਲੋਕਾਂ ਦੇ ਲਈ ਹੈ? ਇਹਦੇ ਵਿੱਚ ਬੜੇ ਸਵਾਲ ਉੱਠਦੇ ਨੇ। ਅਸੀਂ ਇੱਕ ਛੋਟੀ ਜਿਹੀ ਵੀਡੀਓ ਬਣਾਈ ਹੈ ਸਾਡੀ ਟੀਮ ਨੇ। ਪਹਿਲਾਂ ਵੇਖਦੇ ਹਾਂ ਕਿ ਲੋਕਤੰਤਰ ਹੈ ਜਾਂ ਜੋਗਤੰਤਰ ਹੈ। ਕੀ ਅਸੀਂ ਸੱਚਮੁੱਚ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਨਾਗਰਿਕ ਹਾਂ? ਇਸ ਸਵਾਲ ਦਾ ਜਦੋਂ ਜਵਾਬ ਲੱਭਦੇ ਹਾਂ ਤਾਂ ਕਿੰਨਾ ਕੁ ਕੁਝ ਅੱਖਾਂ ਮੂਹਰੇ ਆ ਜਾਂਦਾ ਹੈ। 1975 ਵਿੱਚ ਲੱਗੀ ਐਮਰਜੈਂਸੀ, ਦੇਸ਼ ਵਿੱਚ ਹੋਏ ਬੋਫਰਜ਼, ਚਾਰਾ, ਯੂਰੀਆ, ਟੈਲੀਕਾਮ, ਕੋਇਲੇ ਦੀਆਂ ਖਾਣਾਂ, ਬੈਂਕ ਆਦਿ ਦੇ ਘੁਟਾਲੇ, ਵੱਖ-ਵੱਖ ਸਮਿਆਂ ਤੇ ਹੋਏ ਦੇਸ਼ ਵਿਆਪੀ ਫਿਰਕੂ ਦੰਗੇ, ਨੋਟਬੰਦੀ, GST, 370 ਧਾਰਾ, ਨਾਗਰਿਕ ਸੋਧ ਕਾਨੂੰਨ, ਖੇਤੀ ਕਾਨੂੰਨ ਅਤੇ ਹੁਣ ਕਰੋਨਾ ਮਹਾਮਾਰੀ ਸਮੇਂ ਗਰੀਬਾਂ, ਮਜ਼ਦੂਰਾਂ ਅਤੇ ਆਮ ਨਾਗਰਿਕਾਂ ਦੀ ਹੋ ਰਹੀ ਖੱਜਲ ਖੁਆਰੀ। ਤੁਸੀਂ ਰੋਮ ਦੇ ਰਾਜੇ ਨੀਰੋ ਦੀ ਬੰਸਰੀ ਵਾਲੀ ਕਹਾਣੀ ਤਾਂ ਸੁਣੀ ਹੋਈ ਹੋਵੇਗੀ। ਨੀਰੋ ਦਾ ਚਾਚਾ ਕਲੀਗੁਰਾ ਵੀ ਇੱਕ ਭਿਆਨਕ ਰਾਜਾ ਹੋਇਆ ਜੋ ਮਨ ਆਈਆਂ ਕਰਦਾ ਸੀ ਤੇ ਜਨਤਾ ਤੜਫਦੀ ਰਹਿੰਦੀ ਸੀ। ਇਸ ਤਰ੍ਹਾਂ ਦੇ ਸ਼ਾਸਕ ਇਤਿਹਾਸ ਦੇ ਵਿੱਚ ਭਰੇ ਪਏ ਨੇ। ਵਰਤਮਾਨ ਵਿੱਚ ਹੁਣ ਸਿਰਫ ਰੂਪ ਹੀ ਬਦਲਿਆ। ਕੀ ਅਸੀਂ ਸਰਕਾਰਾਂ ਇਸ ਵਾਸਤੇ ਚੁਣਦੇ ਹਾਂ ਕਿ ਗੱਦੀ ਤੇ ਬੈਠ ਕੇ ਆਪ ਹੁਦਰੀਆਂ ਕਰਨ, ਲੋਕਾਂ ਦੇ ਟੈਕਸ ਦੇ ਪੈਸੇ ਦੀਆਂ ਆਪਣੇ ਏਜੰਡੇ ਪੂਰੇ ਕਰਨ ਵਾਸਤੇ ਧੱਜੀਆਂ ਉਡਾਉਣ? ਸਵਾਲ ਇਹ ਵੀ ਹੈ ਕਿ ਲੋਕ ਇਹ ਸਭ ਕੁਝ ਹੁੰਦਿਆਂ ਵੇਖਦੇ ਰਹਿੰਦੇ ਨੇ, ਕੁਸਕਦੇ ਵੀ ਨੇ। ਜੇ ਇੰਜ ਹੀ ਲੋਕ ਚੁੱਪ ਰਹੇ ਤੇ ਜਾਤੀਆਂ ਸਹਿੰਦੇ ਰਹੇ ਤਾਂ ਫਿਰ ਦੱਸੋ ਮੁਗਲ ਕਾਲ, ਅੰਗਰੇਜ਼ਾਂ ਦੇ ਰਾਜ ਅਤੇ ਲੋਕਤੰਤਰ ਦੇ ਵਿੱਚ ਭਲਾ ਕੀ ਫਰਕ ਰਿਹਾ? ਅਸੀਂ ਕਿੱਧਰ ਨੂੰ ਜਾ ਰਹੇ ਹਾਂ? ਕਰਦੇ ਹਾਂ ਇਸ ਮਹੱਤਵਪੂਰਨ ਮੁੱਦੇ ਤੇ ਚਰਚਾ ਪ੍ਰੋਗਰਾਮ ਹੈਲੋ ਗਲੋਬਲ ਪੰਜਾਬ ਦੇ ਵਿੱਚ। ਅਸੀਂ ਕਿੱਧਰ ਨੂੰ ਜਾ ਰਹੇ ਹਾਂ? ਕੀ ਲੋਕਤੰਤਰ ਸੱਚਮੁੱਚ ਲੋਕਤੰਤਰ ਹੈ? ਕਿੰਨਾ ਕੁਝ ਹੋ ਚੁੱਕਿਆ ਹੈ, ਪਰ ਆਵਾਜ਼ ਕਿਤੇ ਨਹੀਂ ਉੱਠੀ। ਬੜੀ ਦੇਰ ਬਾਅਦ ਕਿਸਾਨਾਂ ਨੇ ਇੱਕ ਲੰਮਾ ਸੰਘਰਸ਼ ਸ਼ੁਰੂ ਕੀਤਾ ਹੈ ਜੋ ਇੱਕ ਮਿਸਾਲ ਬਣਨ ਜਾ ਰਿਹਾ ਹੈ। ਮੈਂ ਕੱਲ ਪੜ੍ਹ ਰਿਹਾ ਸੀ ਕਿ ਦੁਨੀਆ ਦੇ ਵਿੱਚ ਜੋ ਰਾਜੇ ਹੋਏ ਨੇ, ਇਹ ਰਾਜੇ ਕਿਸ ਤਰ੍ਹਾਂ ਦੇ ਹੋਏ ਨੇ ਔਰ ਕਿਹੜੇ ਮਾੜੇ ਰਾਜੇ ਹੋਏ ਨੇ। ਸਾਡੇ ਕੋਲੇ ਪੁਰਾਣੀ ਇੱਕ ਕਹਾਣੀ ਹੈ ਰੋਮ ਦੀ, ਤੁਸੀਂ ਸਾਰਿਆਂ ਨੇ ਸੁਣੀ ਹੈ। ਜਿਵੇਂ ਹੁਣ ਇਹ ਗੱਲ ਹੋਈ ਹੈ ਕਿ ਨੀਰੋ ਬੰਸਰੀ ਵਜਾ ਰਿਹਾ ਸੀ ਜਦੋਂ ਰੋਮ ਨੂੰ ਅੱਗ ਲੱਗੀ ਹੋਈ ਸੀ। ਇੱਕ ਨੀਰੋ ਦਾ ਚਾਚਾ ਸੀ, ਉਹਦਾ ਨਾਂ ਸੀ ਕਲੀਗੁਲਾ। ਉਹ ਇਸ ਤਰ੍ਹਾਂ ਦਾ ਰਾਜਾ ਹੋਇਆ, ਐਸ਼ਪ੍ਰਸਤ ਸੀ, ਲੋਕਾਂ ਨੂੰ ਤੰਗ ਕਰਦਾ ਸੀ, ਲੋਕਾਂ ਨੂੰ ਦੁੱਖ ਦੇ ਕੇ ਉਹਨੂੰ ਬਹੁਤ ਹੀ ਸਵਾਦ ਆਉਂਦਾ ਸੀ। ਔਰ ਉਹਨੇ ਇੱਕ ਘੋੜਾ ਰੱਖਿਆ ਹੋਇਆ ਸੀ, ਘੋੜੇ ਨੂੰ ਬਹੁਤ ਪਿਆਰ ਕਰਦਾ ਸੀ। ਉਹਨੇ ਆਪਣੇ ਅਹਿਲਕਾਰਾਂ ਨੂੰ ਕਿਹਾ ਕਿ ਸਮੁੰਦਰ ਦੇ ਵਿੱਚ ਇੱਕ ਵੱਡਾ ਪੁਲ ਬਣਾਓ 2 ਮੀਲ ਲੰਮਾ, ਕਿਉਂਕਿ ਉਹ ਚਾਹੁੰਦਾ ਸੀ ਕਿ ਉਹਦੇ ਉੱਤੇ ਉਹ ਘੋੜਾ ਭਜਾਉਣਾ ਚਾਹੁੰਦਾ ਹੈ। ਦੇਖੋ ਇਹਨਾਂ ਦੇ ਸ਼ੌਕ। ਫਿਰ ਉਹ ਆਪਣੀ ਸ਼ਕਲ ਨੂੰ ਭਿਆਨਕ ਬਣਾਉਣਾ ਚਾਹੁੰਦਾ ਸੀ, ਭਿਆਨਕ ਬਣਵਾਇਆ ਸੀ ਉਹਨੇ ਫਿਰ, ਤਾਂ ਕਿ ਲੋਕ ਡਰਨ। ਇੱਥੇ ਹੀ ਬਸ ਨਹੀਂ, ਉਹ ਆਪਣੇ ਘੋੜੇ ਨੂੰ ਇੰਨਾ ਪਿਆਰ ਕਰਦਾ ਸੀ, ਇੰਨਾ ਪਿਆਰ ਕਰਦਾ ਸੀ ਕਿ ਉਹਨੇ ਉਹਦੇ ਵਾਸਤੇ ਇੱਕ ਬਹੁਤ ਵੱਡਾ ਮਹਿਲ ਬਣਾਇਆ, ਬਹੁਤ ਵੱਡਾ ਮਹਿਲ ਬਣਾਇਆ। ਤੇ ਉਸ ਮਹਿਲ ਦੇ ਵਿੱਚ ਇੱਕ ਫੰਕਸ਼ਨ ਰੱਖਿਆ। ਉਸ ਘੋੜੇ ਨੂੰ ਆਪਣੀ ਸਲਤਨਤ ਦਾ ਸਭ ਤੋਂ ਵੱਡਾ ਜੱਜ ਬਣਾਉਣ ਲੱਗਿਆ ਉਹ। ਦੇਖੋ ਸ਼ੌਕ, ਦੇਖੋ ਕਿਸ ਤਰ੍ਹਾਂ ਦੇ। ਇਸ ਤੋਂ ਪਹਿਲਾਂ ਵੀ ਇੱਕ ਰਾਜਾ ਹੋ ਚੁੱਕਿਆ, ਉਹਦਾ ਨਾਂ ਸੀ ਨੈਬੂਚੈਡਨੇਜ਼ਾਰ। ਉਹ ਸੀ ਬੈਬੀਲੋਨਾ ਦਾ। ਬੈਬੀਲੋਨੀਆ ਬਾਰੇ ਤੁਸੀਂ ਸੁਣਿਆ ਹੋਣਾ, ਅੱਜ ਕੱਲ੍ਹ ਦਾ ਜਿਹੜਾ ਇਰਾਕ ਹੈ, ਉਹਨੂੰ ਇਸ ਤਰ੍ਹਾਂ ਦਾ ਸ਼ੌਕ ਪੈਦਾ ਹੋਇਆ ਕਿ ਉਹ ਜੰਗਲ ਵਿੱਚ ਜਾ ਕੇ ਰਹਿਣ ਲੱਗ ਪਿਆ ਤੇ ਜੰਗਲੀ ਜੀਵਾਂ ਵਾਂਗੂ ਤੁਰਿਆ ਕਰੇ, ਉਹਨਾਂ ਵਾਂਗੂ ਖਾਇਆ ਕਰੇ ਤੇ ਉਹਨਾਂ ਵਾਂਗੂ ਹਰਕਤਾਂ ਕਰਿਆ ਕਰੇ।
ਜਦੋਂ ਅਸੀਂ ਹੁਣ ਵਰਤਮਾਨ ਵਿੱਚ ਵੇਖਦੇ ਹਾਂ ਤਾਂ ਸਾਡੇ ਜੋ ਇਸ ਵਕਤ ਦੇ ਸ਼ਾਸਕ ਨੇ ਪਿਛਲੇ ਸਮਿਆਂ ਦੇ ਵਿੱਚ ਅਸੀਂ ਵੇਖੇ ਆ, ਸੋ ਉਹਨਾਂ ਵੱਲੋਂ ਜੋ ਆਪ ਉਦਰੀਆਂ ਹੁੰਦੀਆਂ ਰਹੀਆਂ ਨੇ, ਉਸ ਤੋਂ ਲੱਗਦਾ ਹੈ ਕਿ ਸਿਰਫ ਰੂਪ ਹੀ ਬਦਲਿਆ ਹੈ। ਜੋ ਸ਼ਾਸਕ ਹੁੰਦਾ ਹੈ ਉਹਦੇ ਕੋਲੇ ਜਦੋਂ ਪਾਵਰ ਆ ਜਾਂਦੀ ਹੈ ਨਾ, ਫਿਰ ਉਹ ਆਪ ਉਦਰੀਆਂ ਕਰਦਾ ਹੈ ਔਰ ਉਹਨਾਂ ਆਪ ਉਦਰੀਆਂ ਵਿੱਚ ਆਮ ਜਨਤਾ ਪਿਸਦੀ ਹੈ। ਆਪਾਂ ਇਸ ਦੀਆਂ ਬਹੁਤ ਸਾਰੀਆਂ ਮਿਸਾਲਾਂ ਆਪਣੇ ਮੁਲਕ ਦੇ ਵਿੱਚ ਵੇਖ ਚੁੱਕੇ ਹੋਏ ਹਾਂ ਔਰ ਤਾਜ਼ਾ ਜੋ ਮਿਸਾਲ ਉਹ ਇਹ ਹੈ ਕਿ ਪਿਛਲੇ 6 ਮਹੀਨਿਆਂ ਤੋਂ ਸਾਡੇ ਕਿਸਾਨ ਉੱਥੇ ਬੈਠੇ ਨੇ ਔਰ ਉਹਨਾਂ ਤੋਂ ਕਿਸ ਕਿਸਮ ਦੀ ਅਤਿਆਚਾਰ ਉਹਨਾਂ ਤੇ ਕੀਤਾ ਜਾ ਚੁੱਕਿਆ ਹੁਣ ਤੱਕ। ਇਹ 6 ਮਹੀਨੇ ਆਪਣੇ ਆਪ ਦੇ ਵਿੱਚ ਹੀ ਬਹੁਤ ਵੱਡਾ ਅਤਿਆਚਾਰ ਹੈ। ਸੋ ਆਪਾਂ ਇਹ ਗੱਲ ਕਰਨੀ ਹੈ ਕਿ ਲੋਕਤੰਤਰ ਦੇ ਵਿੱਚ ਜੋ ਲੋਕਾਂ ਲਈ ਗੱਲਾਂ ਹੋਣੀਆਂ ਚਾਹੀਦੀਆਂ ਸੀ ਉਹ ਕਿਉਂ ਨਹੀਂ ਕੀਤੀਆਂ ਜਾ ਰਹੀਆਂ ਤੇ ਕਿਉਂ ਵੱਡੇ ਵੱਡੇ ਸਟੈਚੂਸ ਬਣਾ ਕੇ ਲੋਕਾਂ ਦੇ ਸਾਹਮਣੇ ਖੜੇ ਕੀਤੇ ਜਾ ਰਹੇ ਨੇ। ਪ੍ਰਧਾਨ ਮੰਤਰੀ ਆਪਣੇ ਆਵਾਸ ਵਾਸਤੇ, ਆਪਣੇ ਰਹਿਣ ਵਾਸਤੇ ਕਿੱਡਾ ਵੱਡਾ ਇੱਕ ਉੱਥੇ ਮਹਿਲ ਤਿਆਰ ਹੋ ਰਿਹਾ, ਹੋਰ ਖਰਚੇ ਬਹੁਤ ਹੋ ਰਹੇ ਨੇ, ਲੇਕਿਨ ਦੂਸਰੇ ਪਾਸੇ ਜਨਤਾ ਤਰਾਹ ਕਰਦੀ ਪਈ ਹੈ ਕਰੋਨਾ ਦੇ ਨਾਲ। ਇਕੱਲੇ ਕਰੋਨਾ ਹੀ ਨਹੀਂ, ਹੋਰ ਵੀ ਬਹੁਤ ਸਾਰੀਆਂ ਬਿਮਾਰੀਆਂ ਨੇ, ਗਰੀਬੀ ਹੈ, ਬੇਰੁਜ਼ਗਾਰੀ ਹੈ, ਕਿੰਨਾ ਕੁਝ ਇੱਥੇ ਆ ਗਿਆ। ਔਰ ਦੂਸਰੇ ਪਾਸੇ ਨਾਲ ਦੀ ਨਾਲ ਜੋ ਘਟਨਾਵਾਂ ਕੁਝ ਵਾਪਰੀਆਂ ਉਹਨਾਂ ਤੇ ਵੀ ਚਿੰਤਾ ਕਰਨੀ ਬਣਦੀ ਹੈ ਕਿ ਸਿਆਸਤ ਕਿਸ ਢੰਗ ਨਾਲ ਬੇਈਮਾਨ ਹੋਈ ਹੈ ਕਿ ਕਿਸਾਨਾਂ ਨੂੰ ਹੁਣ ਤੱਕ ਇੰਨੀ ਵੱਡੀ ਪੱਧਰ ਤੇ ਪਰੇਸ਼ਾਨੀ ਦਿੱਤੀ ਹੈ। ਪੰਜਾਬ ਦੇ ਵਿੱਚ ਕੁਝ ਘਟਨਾਵਾਂ ਵਾਪਰੀਆਂ ਪਿਛਲੇ ਦਿਨਾਂ ਦੇ ਵਿੱਚ, ਇੱਕ ਅਰਦਾਸ ਦੀ ਗੱਲ ਚਰਚਾ ਦੇ ਵਿੱਚ ਆਈ ਔਰ ਨਾਲ ਦੀ ਨਾਲ ਡੇਰਾ ਸੱਚਾ ਸੌਦਾ ਦੇ ਰਾਮ ਰਹੀਮ ਦੀ ਰਿਹਾਈ ਤੇ ਵੀ ਲੋਕਾਂ ਨੇ ਸਵਾਲ ਉਠਾਇਆ ਕਿ ਸਮਾਂ ਇਸ ਕਿਸਮ ਦਾ ਕਿਉਂ ਬਣਾਇਆ ਗਿਆ ਕਿ ਜਦੋਂ ਲੋਕ ਪਰੇਸ਼ਾਨ ਹੋ ਰਹੇ ਨੇ, ਪੰਜਾਬ ਦੇ ਵਿੱਚ ਸਿਆਸਤ ਇੱਕ ਵੱਖਰਾ ਰੰਗ ਫੜਦੀ ਜਾ ਰਹੀ ਹੈ, ਤਾਂ ਕੀ ਇਹ ਸਾਡੇ ਲੋਕਤੰਤਰ ਦੀ ਇੱਕ ਆਪਣੇ ਆਪ ਦੇ ਵਿੱਚ ਛਵੀ ਹੈ ਕਿ ਅਸੀਂ ਇਸ ਤਰ੍ਹਾਂ ਦਾ ਲੋਕਤੰਤਰ ਲੋਕਾਂ ਨੂੰ ਦੇਣਾ ਚਾਹੁੰਦੇ ਹਾਂ। ਗੱਲਾਂ ਕਰਾਂਗੇ ਆਪਾਂ ਅੱਗੇ ਚੱਲਦੇ, ਲੇਕਿਨ ਸਾਡੇ ਨਾਲ ਸਾਡੇ ਕਾਲਰਸ ਜੁੜ ਰਹੇ ਨੇ, ਸਾਡੇ ਟੈਲੀਫੋਨ ਨੰਬਰ ਵੀ ਫਲੈਸ਼ ਹੋ ਰਹੇ ਨੇ ਇੰਡੀਆ ਦੇ ਵਿੱਚ, ਜੋ ਸਾਨੂੰ ਟੈਲੀਫੋਨ ਕਰਨਾ ਚਾਹੁੰਦੇ ਆ ਉਹਨਾਂ ਵਾਸਤੇ ਵੀ ਆ ਤੇ ਬਾਹਰ ਵਾਲਿਆਂ ਵਾਸਤੇ ਵੀ ਆ। ਆਓ ਗੱਲ ਕਰਦੇ ਹਾਂ ਕਿ ਸਾਡੇ ਨਾਲ ਸਾਡੇ ਅੱਜ ਪਹਿਲੇ ਕਾਲਰ ਕਿਹੜੇ ਜੁੜੇ ਨੇ ਜੀ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ, ਸ਼ੇਰਗਿਲ ਜੀ। ਹਾਂਜੀ ਹਾਂਜੀ ਸਰ। ਜੀ ਜੀ ਸਰ ਮੈਂ ਤਾਂ ਇਹ ਕਹਿੰਦਾ ਵੀ ਕਿਸਾਨ ਇੱਕ ਐਸਾ ਵਿਚਾਰਾ ਪ੍ਰਾਣੀ ਹੈ ਜਿਹੜਾ ਆਪਣਾ ਸਭ ਕੁਝ ਵੇਚ ਵੱਟ ਕੇ ਮਤਲਬ ਫਸਲ ਪੈਦਾ ਕਰਦਾ ਜੀ। ਉਹਦਾ ਜਿਹੜਾ ਰੇਟ ਹੈ ਆੜਤੀ ਆਪਣੀ ਮਨਮਰਜ਼ੀ ਦਾ ਲਾਉਂਦਾ ਜੀ। ਮਤਲਬ ਅਸੀਂ ਆਪਣੇ ਪ੍ਰੋਡਕਸ਼ਨ ਆਪ ਪੈਦਾ ਕਰਦੇ ਆ, ਉਹਦਾ ਰੇਟ ਕੋਈ ਹੋਰ ਲਾਉਂਦਾ ਜੀ। ਹੁਣ ਤੁਸੀਂ ਦੇਖੋ ਅਸੀਂ ਸੰਘਰਸ਼ ਕਰ ਰਹੇ ਆ ਆਪਣੀ ਹੋਂਦ ਨੂੰ ਬਚਾਉਣ ਵਾਸਤੇ। ਹੁਣ ਤੇ ਦੇਖੋ ਵੀ ਮੰਡੀਆਂ ਦੇ ਵਿੱਚ ਸੈਕਟਰੀ ਤੋਂ ਲੈ ਕੇ ਡੀਐਮ ਤੱਕ, ਚੇਅਰਮੈਨ ਤੱਕ, ਇਹ 45 ਪੈਸੇ ਪਰ ਕੁਆਂਟਲ ਦਾ ਕਮਿਸ਼ਨ ਇਹਨਾਂ ਨੂੰ ਜਾਂਦਾ। ਇਹ ਕਿਸੇ ਨੂੰ ਗੱਲ ਪਤਾ ਨਹੀਂ ਹੈ ਜੀ। ਅਸੀਂ ਆਪਣੀ ਹੋਂਦ ਵਾਸਤੇ ਲੜ ਰਹੇ ਹਾਂ। ਪ੍ਰੋਡਕਸ਼ਨ ਕਿਸਾਨ ਨੇ ਕੀਤੀ ਹੈ ਤੇ ਉਹਨਾਂ ਨੇ ਵੇਚੀ ਹੈ। ਤੁਸੀਂ ਦੇਖ ਲਓ ਚਿੱਟੇ ਕੱਪੜੇ ਵਾਲੇ ਬੈਠੇ ਹੀ ਕਰੋੜਾਂ ਰੁਪਏ ਕਮਿਸ਼ਨ ਖਾਜਦੇ ਨੇ, ਫਿਰ ਸੱਚੇ ਦੇ ਸੱਚੇ। ਕੋਈ ਸੰਘਰਸ਼ ਨਹੀਂ ਕਰ ਰਹੇ ਕਿਸਾਨ ਦੇ ਨਾਲ, ਕੋਈ ਕਿਸਾਨ ਦੀ ਮਦਦ ਨਹੀਂ ਕਰ ਰਹੇ ਹੈ ਜੀ। ਨੰਬਰ 2, ਜਿਹੜਾ ਹੁਣ ਅਰਦਾਸਾਂ ਵਾਲੀ ਗੱਲ ਹੈ, ਲੋਕਾਂ ਨੂੰ ਇਹਦੇ ਪਿੱਛੇ ਨਹੀਂ ਲੱਗਣਾ ਚਾਹੀਦਾ। ਇਹ ਹੁਣ ਪੋਲੀਟੀਕਲ ਪਾਰਟੀਆਂ ਨੇ ਲੋਕਾਂ ਦਾ ਮਾਈਂਡ ਵਾਸ਼ ਕਰਨ ਵਾਸਤੇ, ਬੈਂਡ ਘਮਾਉਣ ਵਾਸਤੇ ਇੱਕ ਦੀ ਹਰਕਤਾਂ ਕਰਨੀਆਂ ਨੇ। ਅਸੀਂ ਰੀਸ ਕਰਦੀਆਂ ਬੰਗਾਲੀਆਂ ਦੀ ਜੀ। ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਬੰਗਾਲੀਆਂ ਦੇ, ਪੰਜਾਬੀਆਂ ਦਾ ਯੋਗਦਾਨ ਸੀਗਾ। ਜਿਵੇਂ ਬੰਗਾਲੀਆਂ ਨੇ ਇਹਨਾਂ ਦੇ ਸਾਰਾ ਕੁਝ ਖਾਧਾ, ਖਾ ਕੇ ਇਹਨਾਂ ਦੇ ਪੈਸੇ ਵੀ ਲਏ, ਇਹਨਾਂ ਦੇ ਕਿੱਕ ਮਾਰੀ, ਇਹਨਾਂ ਨੇ ਕਿੱਕ ਮਾਰ ਦਿੱਤੀ ਅੰਦਰੇ ਵਗਾ ਕੇ। ਉਦਾਂ ਅਸੀਂ ਕਰਨਾ, ਇਹਨਾਂ ਤੋਂ ਲੈਣਾ ਵੀ ਸਾਰਾ ਕੁਝ, ਖਾਣਾ ਵੀ ਸਾਰਾ ਕੁਝ। ਇਹਨਾਂ ਨੂੰ ਕੋਈ ਸਾਹਮਣੇ ਤਾੜੀਆਂ ਮਾਰੇ, ਪਰ ਇਹਨਾਂ ਨੂੰ ਵੋਟ ਨਹੀਂ ਪਾਉਣੀ ਜੀ। ਇਹਨਾਂ ਨੂੰ ਕਿੱਕ ਮਾਰ ਕੇ ਟਿਕਾਰੇ ਪਹੁੰਚਾਉਣਾ। ਪਰ ਗੱਲ ਇਹ ਹੈ ਨਾ ਸ਼ੇਰਗਿਲ ਸਾਹਿਬ ਕਿ ਵੋਟ ਫਿਰ ਪਾਉਣੀ ਕਿਹਨੂੰ ਹੈ? ਵੋਟ ਜੇ ਵਰਤਮਾਨ ਨੂੰ ਨਹੀਂ ਪਾਉਣੀ ਤਾਂ ਫਿਰ ਪਾਉਣੀ ਕਿਹਨੂੰ ਹੈ? ਇਸ ਟਾਈਮ ਵੱਡਾ ਸਵਾਲ ਇਹ ਵੀ ਬਣਿਆ ਹੋਇਆ ਹੈ। ਖੈਰ ਗੱਲ ਚੱਲੇਗੀ, ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਕੁਝ ਸਪਸ਼ਟ ਹੋਏਗਾ ਕਿਉਂਕਿ ਪੰਜਾਬ ਦਾ ਧਿਆਨ ਸਾਰਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਿਸਾਨਾਂ ਤੇ ਰਹੇਗਾ ਤੇ ਅਗਲੀਆਂ ਚੋਣਾਂ ਤੇ ਰਹੇਗਾ ਔਰ ਜੋ ਸਿਆਸਤ ਇਸ ਵਕਤ ਕਰ ਰਹੀ ਹੈ ਉਹਦੇ ਤੇ ਵੀ ਧਿਆਨ ਲੋਕਾਂ ਦਾ ਬਣਿਆ ਰਹੇਗਾ, ਨਾਲ ਦੀ ਨਾਲ ਕਰੋਨਾ ਦੀ ਚਿੰਤਾ ਦੇ। ਹੈਲੋ। ਹਾਂਜੀ ਬੜਾ ਸਾਹਿਬ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਸ਼ਿਨਾ ਸਾਹਿਬ, ਸਤਿ ਸ੍ਰੀ ਅਕਾਲ। ਹਾਂਜੀ ਬੜਾ ਸਾਹਿਬ, ਇਸ ਤਰ੍ਹਾਂ ਵੀ ਜਿੱਦਾਂ ਤੁਸੀਂ ਹੁਣੇ ਗੱਲ ਕੀਤੀ ਹੈ ਲੋਕ ਰਾਜ ਦੀ, ਲੋਕ ਰਾਜ ਤਾਂ ਮਤਲਬ ਹੈ ਵੀ ਜਿੱਥੇ ਲੋਕਾਂ ਦੀ ਜਿਹੜੀ ਸਰਕਾਰ ਬਣਦੀ ਹੈ ਲੋਕਾਂ ਦੁਆਰਾ,
ਉੱਥੇ ਲੋਕਾਂ ਦੀ ਆਵਾਜ਼ ਸੁਣੀ ਜਾਵੇ ਜੀ। ਪਰ ਲੋਕਾਂ ਦੀ ਆਵਾਜ਼ ਤਾਂ ਸੁਣੀ ਨਹੀਂ ਗਈ। ਮਤਲਬ ਪਹਿਲਾਂ ਕਿਸੇ ਲੰਮਾ ਸਮਾਂ ਕਾਂਗਰਸ ਰਾਜ ਕੀਤਾ ਤੇ ਉਹਨਾਂ ਵੀ ਆਪਣੀ ਆਪ ਹੁਦਰੀ ਵਰਤੀ ਆ ਤੇ ਜੇ ਹੁਣ ਮਤਲਬ 2 ਟਰਮਾਂ ਹੋ ਗਈਆਂ ਨੇ ਭਾਜਪਾ ਆਈ ਆ ਤੇ ਭਾਜਪਾ ਜਿਹੜੀ ਆ ਉਹ ਵੀ ਆਪਣੇ ਡਿਕਟੇਟਰਸ਼ਿਪ ਕਰ ਰਹੀ ਆ। ਮਤਲਬ ਰਾਜ ਨਹੀਂ ਕਰ ਰਹੀ, ਮਤਲਬ ਲੋਕ ਰਾਜ ਨਹੀਂ ਕਰ ਰਹੀ, ਉਹ ਬਲਕਿ ਡਿਕਟੇਟਰਸ਼ਿਪ ਕਰ ਰਹੀ ਆ। ਜੋ ਗੱਲ ਉਹ ਗੱਲ ਕਹਿੰਦੇ ਨੇ ਮਤਲਬ ਉਹੀ ਕਰਦੇ, ਉਹ ਇਹ ਨਹੀਂ ਮੰਨਦੇ ਵੀ ਉਹਨਾਂ ਦੇ ਮਨ ਵਿੱਚ ਲੋਕਾਂ ਦੀ ਗੱਲ ਨਹੀਂ ਸੁਣਦੇ। ਜੇ ਲੋਕਾਂ ਦੀ ਗੱਲ ਸੁਣਦੇ ਹੁੰਦੇ ਤੇ ਜਿਹੜੇ ਕਿਸਾਨ ਬੈਠੇ ਆ ਨਾ ਉਹ ਮੰਗਾਂ ਲੈ ਕੇ ਉਹਨਾਂ ਦੀ ਗੱਲ ਸੁਣਦੇ ਤੇ ਜਾਂ ਜਿਹੜੀ ਹੋਰ ਲੋਕਾਂ ਦੀਆਂ ਮੰਗਾਂ ਨੇ ਮਤਲਬ ਜਿਹੜੇ ਨੌਕਰੀਆਂ ਮਿਲਦੀਆਂ, ਮੈਡੀਕਲ ਸਹੂਲਤਾਂ ਇੰਡੀਆ 'ਚ ਬਿਲਕੁਲ ਨਹੀਂ ਮਿਲ ਰਹੀਆਂ, ਬਿਲਕੁਲ ਜ਼ੀਰੋ ਹੋਈਆਂ ਪਈਆਂ ਨੇ ਕਿਉਂਕਿ ਉਹਨਾਂ ਨੂੰ ਇੱਕੋ ਗੱਲ ਹੈਗੀ ਆ, ਉਹਨਾਂ ਦੇ ਮਨ 'ਚ ਇੱਕੋ ਗੱਲ ਹੈਗੀ ਆ, ਚਾਹੇ ਉਹ ਪੰਜਾਬ ਦੀਆਂ ਹੈਗੀਆਂ ਨੇ ਮਤਲਬ ਪਾਰਟੀਆਂ, ਚਾਹੇ ਉਹ ਮਤਲਬ ਹਿੰਦੁਸਤਾਨੀ ਪਾਰਟੀਆਂ ਨੇ ਵੀ ਅਸੀਂ ਧਰਮ ਦਾ ਨਾਅਰਾ ਮਾਰ ਕੇ ਨਾ ਤੇ ਧਰਮ ਦੇ ਆਧਾਰ ਤੇ ਵੋਟਾਂ ਲੈ ਲੈਣੀਆਂ ਨੇ। ਹਲੇ ਲੋਕਾਂ ਦੇ ਵਾਸਤੇ ਕੋਈ ਕਰਨ ਦੀ ਲੋੜ ਨਹੀਂ ਹੈਗੀ। ਲੋਕ ਚਾਹੇ ਜਿੱਦਾਂ ਮਰਜ਼ੀ ਭੁੱਖੇ ਮਾਰਨ, ਜੋ ਮਰਜ਼ੀ ਮਤਲਬ ਉਹਨਾਂ ਨੂੰ ਡਾਕਟਰੀ ਸਹੂਲਤ ਮਿਲਦੀ ਆ ਜਾਂ ਪੜ੍ਹਾਈ ਔਰ ਐਜੂਕੇਸ਼ਨ ਚੰਗੀ ਮਿਲਦੀ ਨਹੀਂ ਮਿਲਦੀ ਨਾ, ਉਹਨਾਂ ਨੂੰ ਕਿਸੇ ਗੱਲ ਦਾ ਮਤਲਬ ਨਹੀਂ ਆ। ਉਹਨਾਂ ਨੂੰ ਇਹ ਆ ਵੀ ਠੀਕ ਆ ਅਸੀਂ ਮੰਦਿਰ ਬਣਾ ਲਿਆ ਤੇ ਉਸ ਤੋਂ ਬਾਅਦ ਅਸੀਂ ਕਹਾਂਗੇ ਜੀ ਇਹ ਹਿੰਦੂ ਰਾਜ ਬਣਾਉਣਾ ਆ ਤੇ ਉਹਦੇ ਸਿਰ ਤੇ ਸਾਨੂੰ ਵੋਟਾਂ ਮਿਲ ਜਾਣੀਆਂ ਨੇ। ਜੇ ਉਹਨਾਂ ਨੂੰ ਮਤਲਬ ਇਹ ਹੋਵੇ ਕਿ ਤਰ੍ਹਾਂ ਸਾਡੇ ਅਮਰੀਕਾ ਵਰਗੇ ਦੇਸ਼ਾਂ ਇੱਥੇ ਜਿਹੜੀ ਪਾਰਟੀ ਉਹਨੂੰ ਕੁਝ ਕਰਨਾ ਪੈਂਦਾ ਆ, ਜਿਹੜੀ ਨਹੀਂ ਕਰਦੇ ਉਹ ਮਤਲਬ ਉਹਦੀ ਅਗਲੀ ਵਾਰੀ ਸਰਕਾਰ ਨਹੀਂ ਆਉਂਦੀ। ਔਰ ਮਤਲਬ ਜਿੰਨੇ ਤੁਸੀਂ ਵੇਖਿਆ ਵੀ ਹੈਗਾ ਜੇ ਟਰੰਪ ਨੇ ਮੋਦੀ ਦੇ ਯਾਰ ਨੇ ਕੁਛ ਨਹੀਂ ਨਾ ਕੀਤਾ ਇੱਥੇ ਤੇ ਉਹ ਵੱਲੋਂ ਚੋਲਾ ਚੁੱਕ ਕੇ ਲਵੇਂ ਮਾਰਿਆ ਹੈ। ਅਜੇ ਉਹਨੂੰ ਵੀ ਆਸ ਹੈਗੀ ਸੀ ਕਿ ਮੈਂ ਗੋਰਿਆਂ ਨੂੰ ਜਿਹੜੀ ਦੇ ਰਿਹਾ ਵਾਂ ਲੋਲੀਪਾਪ, ਗੋਰੇ ਮੈਨੂੰ ਵੋਟਾਂ ਪਾਉਣਗੇ, ਪਰ ਨਹੀਂ, ਗੋਰਿਆ ਗਿਆ ਵੀ ਨਹੀਂ ਤੈਨੂੰ ਵੋਟਾਂ ਅਸੀਂ ਤੈਨੂੰ ਗੋਰੇ ਰੰਗ ਦੇ ਉੱਤੇ ਵੋਟਾਂ ਨਹੀਂ ਪੈਣੀਆਂ, ਇਸ ਤੈਨੂੰ ਵੋਟਾਂ ਪੈਣੀਆਂ ਨੇ ਕੰਮ ਦੇ ਉੱਤੇ। ਜੇ ਤੂੰ ਕੰਮ ਨਹੀਂ ਠੀਕ ਕੀਤੇ ਤੇ ਤੈਨੂੰ ਵੋਟਾਂ ਨਹੀਂ ਪੈਣੀਆਂ। ਇਸ ਜਿੰਨਾ ਚਿਰ ਆਪਣੇ ਲੋਕ ਨਹੀਂ ਸੋਚਦੇ ਨਹੀਂ ਸਮਝਦੇ ਕਿ ਅਸੀਂ ਉਸ ਲੋਕ ਉਹਨੂੰ ਵੋਟਾਂ ਪਾਉਣੀਆਂ ਜਿਹੜੇ ਸਾਡੇ ਵਾਸਤੇ ਕੰਮ ਕਰਨਗੇ, ਉਹਨਾਂ ਚਿਰ ਮਤਲਬ ਥੈਂਕ ਯੂ ਵੈਰੀ ਮਚ। ਬਿਲਕੁਲ ਵੀ ਸਰਕਾਰਾਂ ਨੂੰ ਕੁਝ ਕਰਨਾ ਪੈਂਦਾ, ਪਰ ਇੱਥੇ ਵੀ ਸਵਾਲ ਹੈ, ਤੁਸੀਂ ਗੱਲ ਜ਼ਿਕਰ ਕੀਤਾ ਜਿਵੇਂ ਸ਼ੀਨਾ ਸਾਹਿਬ ਨੇ ਕਿ ਲੋਕ ਧਰਮ ਦੇ ਨਾਂ ਤੇ ਕਿਉਂ ਭਾਵੁਕ ਹੋ ਜਾਂਦੇ ਨੇ, ਜਦੋਂ ਕਿ ਪਤਾ ਹੈ ਹੁਣ ਤੱਕ ਲੱਗ ਚੁੱਕਿਆ ਆ ਕਿ ਲੀਡਰ ਧਰਮ ਨੂੰ ਆਪਣੇ ਵਾਸਤੇ ਵਰਤਦੇ ਆ, ਲੋਕਾਂ ਨੂੰ ਤਾਂ ਮੋਹਰਾ ਬਣਾਇਆ ਜਾਂਦਾ। ਕਿਉਂ ਲੋਕ ਫਿਰ ਗਲੀਆਂ 'ਚ ਨਿਕਲ ਆਉਂਦੇ, ਇਹ ਵੀ ਇੱਕ ਸਵਾਲ ਹੈ। ਅਸੀਂ ਗੱਲ ਕਰਦੇ ਹਾਂ, ਸਾਡੇ ਅੱਗੇ ਦਰਸ਼ਕ ਜੋ ਗੱਲ ਕਰਨਗੇ ਅਸੀਂ ਚਾਹਾਂਗੇ ਕਿ ਇਸ ਵਿੱਚ ਤੇ ਕਿ ਲੋਕ ਕਿਉਂ ਮੂਰਖ ਬਣ ਜਾਂਦੇ ਨੇ। ਹੈਲੋ ਸਤਿ ਸ਼੍ਰੀ ਅਕਾਲ ਪਿਆਰਾ ਸਿੰਘ। ਸਤਿ ਸ਼੍ਰੀ ਅਕਾਲ ਪਿਆਰਾ ਸਿੰਘ ਜੀ। ਜੀ ਬੜਾ ਸਾਹਿਬ ਮੁੱਦੇ ਪ੍ਰੋਬਲਮਾਂ ਜਿਉਂਦੇ ਜੀ ਸਾਡੇ ਨਾਲ ਹੀ ਰਹਿਣਗੀਆਂ ਤੇ ਉਤਰਾ ਚੜਾ ਆਉਂਦੇ ਵੀ ਰਹਿਣਗੇ, ਦੁੱਖ ਸੁੱਖ ਦੋਨੋਂ ਇਕੱਠੇ ਚੱਲ ਰਹੇ ਹਨ। ਸ਼ਾਸਕ ਚਾਹੇ ਗੁਰੂਆਂ ਦੀ ਧਰਤੀ ਦਾ ਹੋਵੇ ਚਾਹੇ ਕੇਂਦਰ ਦਾ ਹੋਵੇ, ਪਾਲਸੀ ਦੋਹਾਂ ਦੀ ਇੱਕੋ ਹੀ ਹੈ। ਜੁਝਾਰੂ ਕੌਮ ਨੂੰ ਨਾਲ ਧੱਕਾ ਕਰਨਾ ਇਹਨਾਂ ਦਾ ਪਹਿਲਾ ਫਰਜ਼ ਹੈ। ਇਹ ਹੁੰਦਾ ਵੀ ਹੈ ਤੇ ਜੁਝਾਰੂ ਕੌਮ ਇਹਨਾਂ ਨਾਲ ਜੂਝਦੀ ਰਹੇਗੀ। ਹੁਣ ਫਿਰ ਪੰਜਾਬ ਦੇ ਹਾਲਾਤ ਖਰਾਬ ਕਰਨ ਵਿੱਚ ਸੈਂਟਰ ਜ਼ੋਰ ਸ਼ੋਰ ਨਾਲ ਲੱਗਾ ਹੋਇਆ। ਕਿਸਾਨੀ ਮਸਲੇ ਹੱਲ ਨਾ ਕਰਨ ਤੇ ਸੌਦਾ ਸਾਧਨ ਨੂੰ ਜ਼ਮਾਨ ਦੇਣਾ ਇਸੇ ਕੜੀ ਦਾ ਹਿੱਸਾ ਆ। ਸੋ ਸਾਨੂੰ ਬਹੁਤ ਹੀ ਹੁਣ ਸਮਝਣ ਦੀ ਲੋੜ ਹੈ, ਬਹੁਤ ਸੋਚ ਸਮਝ ਕੇ ਪੈਰ ਰੱਖਣ ਦੀ ਲੋੜ ਹੈ। ਸਰਕਾਰ 84 ਵਾਲੇ ਹਾਲਾਤ ਜੀ ਗੱਲ ਠੀਕ ਹੈ। ਹੁਣ ਆਪਾਂ ਗੱਲ ਤੇ ਕਰਦੇ ਹਾਂ ਕਿ ਸਾਨੂੰ ਸੁਚੇਤ ਹੋਣ ਦੀ ਲੋੜ ਹੈ। ਪਰ ਦੇਖੋ ਕਿ ਜੋ ਘਟਨਾ ਬਠਿੰਡੇ ਦੇ ਵਿੱਚ ਵਾਪਰੀ, ਇੱਕ ਅਰਦਾਸ ਕਰਵਾਈ ਗਈ, ਉਸ ਅਰਦਾਸ ਨੇ ਇੱਕ ਨਵੀਂ ਕਿਸਮ ਦੀ ਚਰਚਾ ਛੇੜ ਦਿੱਤੀ ਹੈ ਕਿ ਸਰਕਾਰ ਕਿਸ ਢੰਗ ਦੇ ਨਾਲ ਲੋਕਾਂ ਨੂੰ ਟਰੀਟ ਕਰਦੀ ਪਈ ਹੈ। ਏਜੰਸੀਆਂ ਕਿੱਥੋਂ ਜਾ ਕੇ ਕੀ ਕੰਮ ਕਰਨਾ ਚਾਹੁੰਦੀਆਂ ਨੇ, ਕਿਉਂਕਿ ਉਹ ਅਰਦਾਸ ਦੀ ਜੋ ਭਾਸ਼ਾ ਹੈ, ਉਹਦੀ ਜੋ ਇੱਕ ਟਾਈਮਿੰਗ ਹੈ, ਉਹਦੇ ਵਿੱਚ ਸ਼ਬਦ ਵਰਤੇ ਗਏ ਜੋ ਜਿਸ ਢੰਗ ਨਾਲ, ਉਹਨਾਂ ਤੋਂ ਇਹ ਨਹੀਂ ਲੱਗਦਾ ਕਿ ਉਹ ਆਪਣੇ ਆਪ ਕੀਤੀ ਗਈ ਹੈ। ਕੁਝ ਨਾ ਕੁਝ ਤੇ ਉਹਦੇ ਪਿੱਛੇ ਜ਼ਰੂਰ ਹੈ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਰਾਮ ਸ਼ਰਮਾ ਜੀ। ਜੀ ਸਰ। ਜੀ ਆਇਆਂ ਨੂੰ। ਹਾਂਜੀ, ਤੁਸੀਂ ਇਹ ਦੇਖੋ ਜਿਸ ਤਰ੍ਹਾਂ ਤੁਸੀਂ ਹੁਣ ਉਦਾਹਰਨਾਂ ਦੇ ਕੇ ਹਟੇ ਹੋ, ਤੁਹਾਡੀਆਂ ਉਦਾਹਰਨਾਂ ਦੇ ਵਿੱਚੋਂ ਸਭ ਤੋਂ ਚੰਗੀ ਗੱਲ ਤਾਂ ਉਹ ਲੱਗੀ ਕਿ ਜਿਹੜਾ ਅੰਗਰੇਜ਼ਾਂ ਦਾ ਸਮਾਂ ਸੀ ਨਾ, ਉਹ ਸਮਾਂ ਸਭ ਤੋਂ ਚੰਗਾ ਸੀਗਾ। ਸੁਣਨ ਵਾਲੇ ਤੋਂ ਵੀ ਚੰਗਾ ਸੀ ਤੇ ਮੁਗਲਾਂ ਤੋਂ ਵੀ ਚੰਗਾ ਸੀਗਾ, ਕਿਉਂਕਿ ਅੰਗਰੇਜ਼ਾਂ ਦੇ ਟਾਈਮ ਦੀ ਜੋ ਵੀ ਚੀਜ਼ ਮੈਨੂਫੈਕਚਰ ਹੋਈ ਵੀ ਹੈ, ਚਾਹੇ ਉਹ ਨਹਿਰਾਂ ਦੇ ਪੁਲ ਹੈ, ਚਾਹੇ ਉਹ ਬਿਲਡਿੰਗਾਂ, ਚਾਹੇ ਕੁਛ ਹੋਰ ਚੀਜ਼ਾਂ, ਉਹ ਹਜੇ ਵੀ ਐਂ ਲੱਗਦੀਆਂ ਕਿ ਬਿਲਕੁਲ ਤੰਦਰੁਸਤ ਹੈ, ਇਹਨੂੰ ਕੁਛ ਨਹੀਂ ਹੋਇਆ। ਪਰ ਇਹ ਗੌਰਮੈਂਟ ਇੱਕ ਮਲੀਆ ਮੇਟ ਕਰਕੇ ਜੋ ਕੁਛ ਪੈਦਾ ਨਵਾਂ ਕਰਕੇ ਦੇਊਗੀ, ਉਹਦੀ ਤਾਂ ਉਨੀ ਬੁਨਿਆਦ ਨਹੀਂ ਹੋਣੀ। ਅਬੋਹਰ ਬ੍ਰਾਂਚ ਸਰਹੰਦ ਕਨਾਲ ਆ ਜਿਹੜੀ ਸਾਡੇ ਕੋਲ ਦੀ ਲੱਗਦੀ ਹੈ, ਔਰ ਅਬੋਹਰ ਬ੍ਰਾਂਚ ਦੇ ਉੱਤੇ
ਜਿੰਨੇ ਘਰਾਟ ਆ ਜਾਂ ਜਿੰਨੀਆਂ ਨਹਿਰਾਂ ਦੀਆਂ ਕੋਠੀਆਂ ਉਹ ਕੋਠੀਆਂ ਬਿਲਕੁਲ ਚਾਹੇ ਕੋਈ ਐਸਡੀਓ ਦੀ ਕੋਠੀ ਸੀ ਚਾਹੇ ਤਾਰਬਾਊ ਦੀ ਕੋਠੀ ਆ, ਉਹਨਾਂ ਦੀ ਜਿਹੜੀ ਹਾਲਤ ਹੈ ਨਾ ਉਹ ਹਜੇ ਵੀ ਬਿਲਕੁਲ ਨਵਿਆਂ ਦੇ ਨਾਲੋਂ ਚੰਗੀਆਂ ਲੱਗਦੀਆਂ ਇਸ ਟਾਈਮ ਦੇ ਵਿੱਚ। ਔਰ ਜਿਹੜੀ ਅੱਜ ਕੱਲ੍ਹ ਸਰਕਾਰ ਹੈ ਇਹ ਹੁਣ ਪੰਜਾਬ ਦੇ ਵਾਸਤੇ ਹੁਣ ਇੱਕ ਨਵੀਂ ਚੀਜ਼ ਤਿਆਰ ਕਰ ਰਹੇ, ਇਹ ਡੇਰਾ ਸਾਹਿਬ ਵਾਲੀ ਜਿਹੜੀ ਹੁਣ ਉਹਨੂੰ ਪਰੋਲ ਦਿੱਤੀ ਗਈ ਹੈ। ਔਰ ਦੂਸਰੀ ਗੱਲ ਜਿਹੜੀ ਅਰਦਾਸ ਕਰਾਈ ਗਈ ਹੈ, ਇਹ ਅਰਦਾਸ ਦਾ ਸਰਕਾਰ ਤੋਂ ਨਾ ਕੈਪਟਨ ਤੋਂ ਕੁਛ ਹੋਣਾ ਨਾ ਸੁਖਬੀਰ ਤੋਂ ਹੋਣਾ। ਇਹ ਕੋਈ ਮੈਨੂੰ ਲੱਗਦਾ ਕਿ ਉਹ ਸਿੰਘ ਨੂੰ ਕੋਈ ਸਿੰਘ ਹੀ ਗੱਡੀ ਚੜਾਊਗਾ, ਉਹ ਹੋਰ ਕਿਸੇ ਦੇ ਵੱਸ ਦੀ ਗੱਲ ਨਹੀਂ। ਇਹ ਬੀਜੇਪੀ ਵਾਲਿਆਂ ਨੇ ਕਰਾਈ ਹੈ ਔਰ ਪੰਜਾਬ ਦੇ ਉੱਤੇ ਉਹਨਾਂ ਦੀ ਅੱਖ ਹੈ ਜਿਹੜੀ ਕਿ ਬਹੁਤ ਮੁਸ਼ਕਿਲ ਹੈ। ਪਤਾ ਇਹਨਾਂ ਨੂੰ ਲੱਗੂਗਾ ਜਦੋਂ ਫੀਲਡ ਦੇ ਵਿੱਚ ਆਉਣਗੇ। ਇਹ 117 ਸੀਟਾਂ ਤੇ ਕਹਿੰਦੇ ਲੜਾਂਗੇ ਨਾ, ਤੇ 117 ਦੇ ਵਿੱਚੋਂ ਕੀ ਇਹਨਾਂ ਦਾ ਹਾਲ ਹੋਊਗਾ ਉਸ ਟਾਈਮ ਦਾ ਸਮਾਂ ਦੱਸੂਗਾ ਜੀ। ਔਰ ਦੂਸਰੀ ਗੱਲ ਇਹ ਹੈ ਕਿ ਜੇ ਆਪਾਂ ਹਿੰਦੂਤਾ ਦੇ ਤਰੀਕੇ ਦੇ ਨਾਲ ਮੰਨੀਏ ਕਿ ਇਹ ਇੱਕ ਤਰ੍ਹਾਂ ਦਾ ਗ੍ਰਹਿ ਹੈ ਜਿਹੜਾ ਕਿ 24 ਜਾਂ 25 ਦੇ ਵਿੱਚ ਇਲੈਕਸ਼ਨ ਦੇ ਵਿੱਚ ਨਿਕਲ ਜੂਗਾ, ਕਿਉਂਕਿ ਹੁਣ ਇਹਦੇ ਕਿਨਾਰੇ ਸਾਫ਼ ਹੋਣੇ ਹੋ ਗਏ 2-3 ਸੂਬਿਆਂ ਚੋਂ, ਤੇ ਇਸੇ ਤਰ੍ਹਾਂ ਗਾਂ ਪੰਜਾਬ ਤੇ ਹਰਿਆਣੇ ਵਰੀ ਆ ਜਾਣੇ ਤੇ ਦੂਜੇ ਆ ਜਾਣੇ ਆ, ਤੇ ਇਹਨਾਂ ਦਾ ਅੰਤ ਇਸੇ ਤਰ੍ਹਾਂ ਹੀ ਹੋਣਾ ਬੀਜੇਪੀ ਦੀ ਸਰਕਾਰ ਦਾ। ਰਾਮ ਸ਼ਰਮਾ ਜੀ, ਤੁਸੀਂ ਆਪਣੇ ਗੱਲ ਦੇ ਵਿੱਚ ਬਹੁਤ ਵਧੀਆ ਗੱਲ ਕੀਤੀ ਹੈ, ਪੁਆਇੰਟ ਉਠਾਇਆ। ਇਹ ਹੁਣ ਜਵਾਬ ਤੇ ਭਾਰਤੀ ਜਨਤਾ ਪਾਰਟੀ ਦੇਗੀ ਕਿ ਇਹ ਬੀਜੇਪੀ ਵੱਲੋਂ ਕਰਾਈ ਇੱਕ ਸਾਜ਼ਿਸ਼ ਲੱਗਦੀ ਹੈ। ਸ਼ੱਕ ਪੈਦਾ ਹੋ ਰਿਹਾ ਕਿਉਂਕਿ ਉਹਨਾਂ ਨੇ ਜਿਸ ਹਿਸਾਬ ਨਾਲ ਉਸ ਅਰਦਾਸੀਏ ਨੇ ਗੱਲ ਕੀਤੀ ਹੈ ਆਉਣ ਵਾਲੇ ਮੁੱਖ ਮੰਤਰੀ ਦੀ, ਔਰ ਜਿਸ ਹਿਸਾਬ ਦੇ ਨਾਲ ਉਹਨਾਂ ਨੇ ਮੋਦੀ ਜੀ ਨੂੰ ਜੋੜਿਆ ਨਾਲ ਉਸ ਅਰਦਾਸ ਦੇ ਵਿੱਚ, ਤਾਂ ਉਹ ਪੱਕੇ ਤੌਰ ਤੇ ਸ਼ਰਾਰਤ ਜਿਹੜੀ ਆ ਉਹ ਲੱਗਦੀ ਹੈ। ਚਾਹੇ ਕਿਸੇ ਨੇ ਵੀ ਕਰਵਾਈ ਹੈ, ਇਹਦਾ ਜਵਾਬ ਤਾਂ ਹੁਣ ਪਾਰਟੀ ਨੂੰ ਦੇਣਾ ਹੀ ਪਏਗਾ, ਕਿਸੇ ਨੇ ਸਪਸ਼ਟ ਕਰਨਾ ਪਏਗਾ, ਜਾਂ ਫਿਰ ਐਕਸ਼ਨ ਜੋ ਕੀ ਬਣਦਾ ਹੈ ਉਹਦੇ ਉੱਤੇ ਹੋਣਾ ਹੋਏਗਾ। ਦੇਖਦੇ ਹਾਂ ਕੀ ਬਣਦਾ ਆਉਣ ਵਾਲੇ ਦਿਨਾਂ ਦੇ ਵਿੱਚ। ਹੈਲੋ ਹਾਂਜੀ ਹਾਂਜੀ ਕੌਣ ਬੋਲ ਰਹੇ ਹੋ? ਹਾਂਜੀ ਤੁਹਾਡੀ ਆਵਾਜ਼ ਆ ਰਹੀ ਜੀ। ਪਨੇਰ ਸਾਹਿਬ ਕੈਨੇਡਾ ਤੋਂ ਬੋਲਦਾ। ਪਨੇਰ ਜੀ, ਪਨੇਰ ਜੀ। ਇਹ ਬੇਨਤੀ ਇਹ ਆ ਵੀ ਜਿਹੜਾ ਇਹ ਰਾਜ ਆ ਬਾਅਦ 6 ਨਹੀਂ ਆਪਾਂ ਲੈਣਾ ਚਾਹੀਦਾ। ਇਹ ਲੋਕ ਬਕਾਊ ਹੁੰਦੇ ਆ ਮਾੜੇ ਮੋਟੇ, ਇਹ ਪੈਸੇ ਲੈ ਕੇ ਲੱਗ ਜਾਂਦੇ ਆ ਕੰਮ ਕਰਨ ਜੀ। ਜੇ ਸੀਟਾਂ ਜੇ ਆਪਾਂ ਕਹਿੰਦੇ ਇਹਨਾਂ ਬਾਅਦ ਡੇਰਾ ਦਾ ਆਧਾਰ ਨਹੀਂ ਆ, ਇਹਨਾਂ ਨੂੰ ਇੱਕ ਸੀਟ ਵੀ ਨਹੀਂ ਮਿਲਣੀ। ਥੋੜੇ ਪਿੰਡਾਂ 'ਚ ਹੈਗੇ ਬੰਦੇ ਜ਼ਰੂਰ ਇਹਨਾਂ ਦੇ, ਜੇ ਕਹਿੰਦੇ ਸੀਟ ਜਿੱਤ ਜਾਣਗੇ ਉਹ ਗੱਲ ਨਹੀਂ ਹੈਗੀ ਇਹਨਾਂ ਦੀ ਕੋਈ ਜੀ। ਬਾਹਰ ਇਹਨਾਂ ਦਾ ਫਿਕਰ ਕਰਨ ਦੀ ਲੋੜ ਨਹੀਂ ਹੈ। ਦੂਜੀਆਂ ਆਪਣੀਆਂ ਜਿਹੜਾ ਹੈਗੀ ਨਾ ਪਾਰਟੀਆਂ ਚੰਗੀਆਂ ਉਹ ਮੂਹਰੇ ਬੰਦੇ ਆਉਣੇ ਚਾਹੀਦੇ ਆ। ਇਹਨਾਂ ਨੂੰ ਬਾਹਰ ਲੈਣ ਦੀ ਲੋੜ ਨਹੀਂ। ਕਿਹੜੇ ਜੇ ਇਹਨਾਂ ਜਿੱਤਿਆ ਕੋਈ ਫਰਕੇ ਬੰਦੇ ਨਾਲ ਆਪਾਂ ਨੂੰ ਡੇਰਿਆਂ ਨਾਲ ਜੀ ਉਹ ਪੈਸੇ ਜੋ ਲਾਈ ਜਾਣ ਬੀਜੇਪੀ ਵਾਲੇ ਚਲਾ 10-20 ਵੋਟਾਂ ਇੱਧਰ ਹੋ ਜਾਣੀਆਂ, ਹੋਰ ਉਨੀ ਸੀਟ ਨਹੀਂ ਜਿੱਤ ਸਕਦੇ ਕੋਈ ਇਹਦੇ ਨਾਲ ਜੀ। ਪੰਦੇਰ ਸਾਹਿਬ ਠੀਕ ਹੈ ਗੱਲ ਤੁਹਾਡੀ ਕਿ ਪਾਰਟੀਆਂ ਦਾ ਆਧਾਰ ਤਾਂ ਇਸ ਪਾਰਟੀ ਦਾ ਵੀ ਟੁੱਟ ਰਿਹਾ ਹੈ। ਗੱਲ ਇਹ ਹੈ ਕਿ ਸਾਨੂੰ ਲੀਡਰਾਂ ਨਾਲ ਮਤਲਬ ਹੈ ਕਿ ਲੀਡਰ ਸਾਨੂੰ ਕਿਹੋ ਜਿਹਾ ਮਿਲਦਾ। ਪਾਰਟੀ ਚਾਹੇ ਕੋਈ ਹੋਵੇ, ਉਸ ਦਾ ਮੋਟਿਵ ਕੀ ਹੈ, ਕੀ ਉਹ ਸੱਚਮੁੱਚ ਲੋਕਾਂ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੀ ਹੈ ਪਾਰਟੀ। ਜੇ ਲੈ ਕੇ ਜਾਣਾ ਚਾਹੁੰਦੀ ਹੈ ਤਾਂ ਉਹਦੇ ਕੋਲ ਕੋਈ ਪ੍ਰੂਫ ਹੋਣੇ ਚਾਹੀਦੇ ਆ, ਰਿਕਾਰਡ ਹੋਣਾ ਚਾਹੀਦਾ ਆਪਣਾ ਕਿਤੇ ਦਾ ਕਿ ਆਹ ਅਸੀਂ ਕੀਤਾ ਲੋਕਾਂ ਵਾਸਤੇ ਔਰ ਲੋਕਾਂ ਨੇ ਉਹਨਾਂ ਨੂੰ ਅੱਗੇ ਲਿਆਂਦਾ। ਟੋਏ ਜਦੋਂ ਹੋਣ ਲੱਗ ਪਏ ਹਰ ਲੀਡਰ ਦੀ, ਹਰ ਪਾਰਟੀ ਦੀ, ਤਾਂ ਫਿਰ ਉਹ ਕਿਸ ਮੂੰਹ ਦੇ ਨਾਲ ਲੋਕਾਂ ਦੇ ਕੋਲੇ ਜਾ ਕੇ ਵੋਟਾਂ ਮੰਗਣਗੇ। ਸਾਡੇ ਕੋਲ ਸਮਾਂ ਥੋੜਾ ਜਿਹਾ ਬਚਿਆ, ਗੱਲ ਕਰਦੇ ਹਾਂ ਅਗਲੇ ਸਾਡੇ ਕਾਲਰਸ ਦੇ ਨਾਲ। ਹੈਲੋ ਹਾਂਜੀ ਬਰਾੜ ਸਾਹਿਬ, ਮੈਂ ਮਾਸਟਰ ਸਵਰਨ ਸਿੰਘ ਬੋਲਦਾ ਜੀ। ਜੀ ਮਾਸਟਰ ਜੀ, ਜੀ ਆਇਆਂ ਨੂੰ। ਹਾਂਜੀ ਪਹਿਲਾਂ ਤੁਸੀਂ ਗੱਲ ਕੀਤੀ ਆ ਜੀ ਵੀ ਰਾਜਨੀਤੀ ਦੇ ਵਿੱਚ ਡਿਕਟੇਟਰਸ਼ਿਪ ਦੀ ਜੀ। ਇਹ ਰਾਜਨੀਤੀ ਪਹਿਲਾਂ ਤੁਸੀਂ ਵੀ ਪੜ੍ਹੇ ਲਿਖੇ ਬੰਦੇ ਹੋ ਤੇ ਜੋ ਮੈਂ ਵੀ ਪੜ੍ਹਿਆ ਉਹ ਦੱਸ ਦਿੰਦੇ ਆ ਬਈ ਬਹੁਤ ਚਲਾਕ ਲੋਕ, ਥੋੜੇ ਚਲਾਕ ਲੋਕਾਂ ਦੀ ਮਦਦ ਨਾਲ ਜਿਹੜੇ ਆਮ ਲੋਕਾਂ ਨੂੰ ਭੁਚਲਾ ਕੇ ਉਹਨਾਂ ਦੀ ਤੋਂ ਸ਼ਕਤੀ ਲੈ ਕੇ ਆਪ ਸ਼ਕਤੀ ਹਥਿਆਉਣੀ, ਉਹਨੂੰ ਰਾਜਨੀਤੀ ਕਿਹਾ ਜਾਂਦਾ ਜੀ। ਦੂਜੀ ਗੱਲ, ਹੁਣ ਡਿਕਟੇਟਰਸ਼ਿਪ ਜਿਹੜੀ ਕੀਤੀ ਹੈ ਰਾਜਨੀਤੀ, ਮਤਲਬ ਆਪਣੇ ਲੋਕਤੰਤਰ ਦੇ ਵਿੱਚ ਡਿਕਟੇਟਰਸ਼ਿਪ ਹੈ, ਇਹ ਲੋਕਾਂ ਦਾ ਹੀ ਕਸੂਰ ਹੈ। ਜੇ ਆਪਾਂ ਜਿਤਾਇਆ ਇੰਨੀ ਵੱਡੀ ਬਹੁਮਤ ਦੇ ਕੇ ਵੀ ਕਿਸੇ ਨੂੰ ਜੇ ਆਪਾਂ ਦੇ ਦਿੰਦੇ ਆ ਤਾਂ ਉਹ ਫਿਰ ਆਪਣੀ ਮਰਜ਼ੀ ਕਰਦਾ। ਇਹਨੂੰ ਕਿੰਨੀਆਂ ਸੀਟਾਂ ਆਪਾਂ ਦੇ ਦਿੱਤੀਆਂ ਤੇ ਉਹ ਤਾਂ ਹੁਣ ਫਿਰ ਆਪਣੀ ਚਲਾਊਗਾ, ਲੋਕਾਂ ਦਾ ਤਾਂ ਉਹਨੂੰ ਧਿਆਨ ਹੀ ਨਹੀਂ ਹੈਗਾ। ਇਸ ਲਈ ਆਪੋਜੀਸ਼ਨ ਦਾ ਤਕੜਾ ਹੋਣਾ ਇਹ ਵੀ ਬਹੁਤ ਲਾਜ਼ਮੀ ਹੁੰਦਾ ਆਪਣੀ ਰਾਜਨੀਤੀ ਦੇ, ਇਹਦੇ ਡਿਕਟੇਟਰ ਆਪਣੀ ਡੈਮੋਕ੍ਰੇਸੀ ਦੇ ਵਿੱਚ। ਥੈਂਕ ਯੂ ਜੀ, ਸ਼ੁਕਰੀਆ। ਆਪੋਜੀਸ਼ਨ ਦੀ ਹੀ ਤਾਂ ਸਾਡੀ ਸਮੱਸਿਆ ਬਣ ਗਈ ਹੈ, ਕਿਉਂਕਿ ਜਦੋਂ ਤੁਹਾਡਾ ਅੱਗੇ ਵਿਰੋਧ ਕਰਨ ਵਾਲਾ ਹੀ ਕੋਈ ਨਾ ਹੋਵੇ, ਗੱਲ ਇਹ ਨਹੀਂ ਕਿ ਆਪੋਜੀਸ਼ਨ ਦੀਆਂ ਸੀਟਾਂ ਘੱਟ ਹੋਣ, ਗੱਲ ਇਹ ਹੈ ਕਿ ਆਪੋਜੀਸ਼ਨ ਕਿਸੇ ਮੁੱਦੇ ਨੂੰ ਕਿਸ
ਜ਼ੋਰ ਦੇ ਨਾਲ ਬਲ ਦੇ ਨਾਲ ਚੁੱਕਦੀ ਹੈ ਤੇ ਲੋਕਾਂ ਵਿੱਚ ਲੈ ਕੇ ਜਾਂਦੀ ਹੈ। ਗੱਲ ਇਹ ਨਹੀਂ ਕਿ ਕਾਂਗਰਸ ਪਾਰਟੀ ਦੀਆਂ ਸੀਟਾਂ ਥੋੜ੍ਹੀਆਂ ਨੇ ਤੇ ਉਹ ਆਪੋਜੀਸ਼ਨ ਕੇਂਦਰ ਦੇ ਵਿੱਚ ਨਹੀਂ ਬਣ ਸਕਦੀ ਹੈ। ਉਹਦੇ ਕੋਲੇ ਆਧਾਰ ਹੋਣਾ ਚਾਹੀਦਾ ਹੈ ਕਿਸੇ ਵੀ ਪਾਰਟੀ ਦੇ ਵਿੱਚ ਵੀ, ਚਾਹੇ ਉਹ ਕਾਂਗਰਸ ਹੋਵੇ, ਚਾਹੇ ਉਹ ਅਕਾਲੀ ਦਲ ਹੋਵੇ, ਚਾਹੇ ਉਹ ਭਾਜਪਾ ਹੋਵੇ। ਜੇਕਰ ਆਪੋਜੀਸ਼ਨ ਲੋਕਾਂ ਦੇ ਮੁੱਦਿਆਂ ਨੂੰ ਪੂਰੇ ਜ਼ੋਰ ਦੇ ਨਾਲ ਖੜਕਾ ਕੇ ਰੌਲਾ ਪਾ ਕੇ ਚੁੱਕੇ ਤਾਂ ਸੱਤਾ ਧਿਰ ਪਾਰਟੀ ਜਿਹੜੀ ਹੈ ਉਹਦੇ ਕੋਲੇ ਕੋਈ ਚਾਂਸ ਨਹੀਂ ਰਹਿ ਜਾਂਦਾ ਕਿ ਉਹ ਲੋਕਾਂ ਦੀ ਗੱਲ ਮੰਨੇ। ਗੱਲ ਇਹ ਨਹੀਂ ਕਿ ਵੱਡੀ ਆਪੋਜੀਸ਼ਨ ਹੀ ਗੱਲ ਕਰ ਸਕਦੀ ਹੈ, ਥੋੜ੍ਹੇ ਲੋਕ ਵੀ ਲੋਕਾਂ ਵਾਸਤੇ ਖੜੇ ਹੋ ਕੇ ਇੱਕ ਵੱਡਾ ਮੁੱਦਾ ਬਣਾ ਸਕਦੇ ਆ। ਗੱਲ ਆਪਾਂ ਇਸੇ ਵਿਸ਼ੇ ਤੇ ਜਾਰੀ ਰੱਖਾਂਗੇ ਕਿ ਲੋਕਤੰਤਰ ਹੈ ਜਾਂ ਜੋਗਤੰਤਰ ਹੈ ਔਰ ਸਾਡੇ ਕਿਸਾਨ ਕਿਵੇਂ ਪਰੇਸ਼ਾਨ ਨੇ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ। ਹੈਲੋ ਗਲੋਬਲ ਪੰਜਾਬ ਦੇ ਵਿੱਚ ਦੂਸਰੇ ਹਿੱਸੇ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲ ਆਪਾਂ ਕਰ ਰਹੇ ਹਾਂ ਕਿ ਲੋਕਤੰਤਰ ਜਾਂ ਜੋਗਤੰਤਰ ਦੀ ਸਿਆਸਤ ਬੇਈਮਾਨ, ਕਿਸਾਨ ਪਰੇਸ਼ਾਨ ਔਰ ਇਹਦੇ ਨਾਲ ਹੀ ਜੋ ਮੁੱਦੇ ਚੱਲਦੇ ਆ ਰਹੇ ਨੇ ਕਿ ਜੋ ਨਵੀਆਂ ਚਿੰਤਾਵਾਂ ਬਣੀਆਂ ਨੇ ਉਹਦੇ ਤੇ ਗੱਲ ਹੋ ਰਹੀ ਹੈ। ਗੱਲ ਇਹ ਹੈ ਕਿ ਪਿਛਲੇ ਸਮੇਂ ਦੇ ਦੌਰਾਨ ਜੋ ਕੁਝ ਸਿਆਸਤ ਵਿੱਚ ਵਾਪਰਿਆ ਹੈ, ਸਿਆਸੀ ਪਾਰਟੀਆਂ ਨੇ ਨਵੇਂ ਫਾਰਮੂਲੇ ਬਣਾਏ ਆ ਲੋਕਾਂ ਤੇ ਰਾਜ ਕਰਨ ਦੇ, ਉਹਨਾਂ ਤੇ ਵੀ ਆਪਾਂ ਗੱਲ ਕਰਾਂਗੇ ਕਿ ਕਿਵੇਂ ਲੋਕਾਂ ਨੂੰ ਵੰਡਿਆ ਜਾ ਰਿਹਾ। ਸਾਡੇ ਨਾਲ ਕਾਲਰਸ ਜੋ ਜੁੜ ਰਹੇ ਨੇ, ਅਸੀਂ ਉਹਨਾਂ ਨਾਲ ਗੱਲ ਕਰਦੇ ਹਾਂ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਮੇਂ ਵਾਲੀ ਜੀ, ਸਮੇਂ ਵਾਲੀ ਸਾਹਿਬ ਜੀ। ਸਰ ਬੇਨਤੀ ਹੈਗੀ ਵੀ ਜਿੱਥੇ ਧਰਮ ਦੇ ਨਾਂ ਤੇ ਜਾਂ ਜਾਤਾਂ ਦੇ ਨਾਂ ਤੇ ਵੋਟਾਂ ਮਿਲ ਜਾਣ ਜਾਂ ਪੈਸੇ ਨਾਲ ਜਾਂ ਨਸ਼ੇ ਵੰਡ ਕੇ, ਉੱਥੇ ਸਰ ਇਹੀ ਹਾਲ ਹੋਵੇਗਾ ਜੀ। ਇਹ ਕਿਸੇ ਦਾ ਕੋਈ ਗੁਨਾਹ ਨਹੀਂ, ਇਹ ਲੋਕਾਂ ਦਾ ਗੁਨਾਹ ਹੈ ਜੀ। ਲੋਕਾਂ ਨੇ ਇਹਨਾਂ ਨੂੰ ਚੁਗਿਆ ਜੀ। ਵੇਖੋ ਕਿਵੇਂ ਮੋਦੀ ਮਗਰ ਮੋਦੀ ਹੈ ਤੇ ਮੁਮਕਿਨ ਹੈ ਤੁਹਾਡਾ ਬੇੜਾ ਬਹਿ ਜੇ ਚੰਗੀ, ਉਹਨੂੰ ਲਾਸ਼ਾਂ ਤੁਹਾਡੀਆਂ ਗੰਗਾ ਚ ਰੁਲਦੀਆਂ ਫਿਰਦੀਆਂ ਨੇ, ਸੰਸਕਾਰ ਕਰਨ ਜੋਗੀ ਥਾਂ ਨਹੀਂ। ਮੋਦੀ ਹੈ ਤੇ ਮੁਮਕਿਨ ਹੈ ਲਾਈ ਚੱਲੋ ਨਾਰੇ, ਮੰਦਰਾਂ ਦੀਆਂ ਟੱਲੀਆਂ ਖੜਕਾਈ ਚੱਲੋ ਤੇ ਮੂਰਤੀ ਨੂੰ ਉਹਦੇ ਗੇੜੇ ਕੱਢੋ ਤੇ ਆਪੇ ਸਿਸਟਮ ਹੋ ਜਾਏਗਾ, ਆਕਸੀਜਨ ਠੀਕ ਹੈ। ਮਾੜੀ ਮੋਟੀ ਸਾਨੂੰ ਨਹੀਂ ਅਕਲ ਸਰ ਚਾਹੀਦੀ। ਅਸੀਂ 70 ਸਾਲ ਹੋ ਗਏ ਨੇ ਇਹਨਾਂ ਨੂੰ ਚੁਗਦੇ ਆ ਜੀ। ਜਿੰਨਾ ਚਿਰ ਸਰ ਲੋਕ ਸਿਆਣੇ ਨਹੀਂ ਹੁੰਦੇ ਵੋਟ ਪਾਉਣ ਲੱਗੇ 5 ਮਿੰਟ ਤੇ ਸੋਚਣ ਸਰ ਜੀ। 5 ਮਿੰਟ ਵੀ ਨਹੀਂ ਸੋਚਦੇ ਜੀ। ਐਵੇਂ ਧਰਮ ਦੇ ਨਾਂ ਤੇ ਬੋਲੇ ਸੌ ਨਿਹਾਲ ਕਰਦੇ ਫਿਰਦੇ ਨੇ। ਥੈਂਕ ਯੂ ਸਰ। ਗੱਲ ਇਹ ਆ ਕਿ ਧਰਮ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਤਾਕਤ ਹੈ, ਤੁਹਾਨੂੰ ਜ਼ਿੰਦਗੀ ਜਿਉਣ ਦਾ ਇੱਕ ਸਲੀਕਾ ਦਿੰਦਾ ਹੈ। ਪਰ ਜ਼ਿੰਦਗੀ ਦੇ ਨਾਲ ਜਦੋਂ ਅਸੀਂ ਸਿਆਸਤ ਦੀ ਗੱਲ ਕਰਦੇ ਹਾਂ ਤਾਂ ਉੱਥੇ ਧਰਮ ਦੀ ਗਲਤ ਵਰਤੋਂ ਹੋ ਰਹੀ ਹੈ। ਕਾਲਰ ਨੇ ਸਾਡੇ ਨਾਲ। ਹਾਂਜੀ, ਕੌਣ ਨੇ ਜੀ? ਹੈਲੋ। ਹਾਂਜੀ ਜੀ, ਸ਼ੇਰਗਿੱਲ ਸਾਹਿਬ ਜੀ। ਜੈ ਜਵਾਨ ਜੈ ਕਿਸਾਨ ਜੀ। ਕਹਿੰਦੇ ਹੁੰਦੇ ਆ ਨਾ ਬਈ ਹੀਰੇ ਨੂੰ ਪਰਖਣ ਲਈ ਹਨੇਰੇ ਦੀ ਲੋੜ ਪੈਂਦੀ ਆ ਤੇ ਧੁੱਪ ਦੇ ਵਿੱਚ ਤਾਂ ਸਾਰੇ ਕੱਚ ਦੇ ਟੁਕੜੇ ਜਿਹੜੇ ਆ ਹੀਰੇ ਲੱਗਦੇ ਆ, ਚਮਕਦੇ ਆ। ਤੇ ਮਤਲਬ ਮੋਦੀ ਸਾਹਿਬ ਦਾ ਪਤਾ ਲੱਗ ਗਿਆ ਵੀ ਹੀਰਾ ਕਿ ਕੱਚਾ ਹੀ ਆ ਜੀ। ਤੇ ਦੂਜੀ ਗੱਲ ਇਹ ਆ ਵੀ ਕਰੋਨੇ ਦੇ ਨਾਲ ਨੁਕਸਾਨ ਬਹੁਤ ਹੋਇਆ ਜੀ। ਜਿੰਨੀਆਂ ਮੌਤਾਂ ਹੋਈਆਂ ਉਹਨਾਂ ਲਈ ਅਫਸੋਸ। ਜਿਹੜਾ ਆਪਣੇ ਤੂਫਾਨ ਆਇਆ, ਤੂਫਾਨ ਦੇ ਵਿੱਚ ਜਿੰਨਾ ਨੁਕਸਾਨ ਹੋਇਆ, ਗਰੀਬ ਬੰਦੇ ਸਾਰੇ ਗਰੀਬੇ ਹੁੰਦੇ ਆ ਜੀ। ਸਾਡੇ ਵਰਗੇ ਵੀ ਇੱਥੇ ਗਰੀਬੇ ਬੈਠੇ ਦਿਹਾੜੀਦਾਰ ਹੀ ਆ ਤੇ ਮਤਲਬ ਕਿ ਬਹੁਤ ਮਾੜੀ ਗੱਲ, ਉਹਨਾਂ ਲਈ ਵੀ ਹਮਦਰਦੀ ਜੀ। ਤੇ ਦੂਜੀ ਗੱਲ ਸਿਆਸਤ ਦੀ, ਤਾਂ ਸਿਆਸਤ ਤਾਂ ਇੰਨੀ ਗੰਦੀ ਹੋ ਗਈ ਵੀ ਸਿਆਸਤ ਦੇ ਵਿੱਚ ਹੁਣ ਕੰਮ ਧਰਮ ਦਾ ਪਤਾ ਨਹੀਂ ਕੀ ਹੋ ਗਿਆ ਸਮਾਜ ਦੇ ਵਿੱਚ। ਧਰਮ ਤੇ ਹਿੰਦੁਸਤਾਨ ਦੇ ਵਿੱਚ ਤਾਂ ਇਹ ਹੋ ਗਿਆ ਵੀ ਧਰਮ ਦੇ ਨਾਂ ਤੇ ਲੋਕ ਵੀ ਓਦਾਂ ਦੇ ਹੋ ਗਏ। ਇੱਕ ਤੇ ਹੈਗੇ ਆ ਕਈ ਮੋਦੀ ਭਗਤ ਸਾਡੇ ਨਾਲ ਵੀ ਕੰਮ ਕਰਦਾ ਇੱਕ, ਤੇ ਉਹ ਗੱਲੇ ਹੀ ਨਹੀਂ ਸੁਣਦਾ। ਨਹੀਂ ਜੀ ਪਿਤਾ ਜੀ ਬਹੁਤ ਚੰਗੇ ਆ, ਪਿਤਾ ਜੀ ਬਹੁਤ ਚੰਗੇ ਆ, ਇਹੀ ਗੱਲ ਪਿਤਾ ਜੀ ਬੋਲਦੇ ਆ। ਤੇ ਮਤਲਬ ਕਿ ਗੱਲ ਏਦਾਂ ਵੀ ਇੰਨਾ ਮੰਦਾ ਹਾਲ ਸਮਾਜ ਦੇ ਵਿੱਚ ਅਸੀਂ ਨਹੀਂ ਦੇਖਿਆ ਜੋ ਇਸ ਵੇਲੇ ਕੰਡੀਸ਼ਨ ਹੋ ਰਹੀ ਆ। ਗੰਗਾ ਦੇ ਵਿੱਚ ਲਾਸ਼ਾਂ ਤਰਦੀਆਂ ਫਿਰਦੀਆਂ। ਫਿਰ ਦੇਖ ਲਓ ਵੀ ਤੁਸੀਂ ਅੰਕੜੇ ਕਿਉਂ ਲੁਕਾਉਂਦੇ ਆ? ਪੂਰੇ ਕਰੋ। ਜਿੰਨਾ ਇਹ ਕਹਿੰਦੇ ਆ ਘੱਟ ਤੋਂ ਘੱਟ ਇਹਨੂੰ 10 ਗੁਣਾ ਵੱਧ ਮੌਤਾਂ ਆ। ਯੂਪੀ ਚ ਮੈਂ ਅਫਸੋਸ ਹੋਇਆ ਸਾਡੇ ਉੱਥੇ ਤੇ ਇੱਥੇ ਅਫਸੋਸ ਕਰ ਗਿਆ, ਉਹਨੇ ਦੱਸਿਆ ਤੇ ਟੱਬਰ ਦੇ ਵਿੱਚ ਹੀ 10-12 ਬੰਦੇ ਕਰੋਨੇ ਨਾਲ ਘਰ ਪਏ ਆ, ਘਰੇ ਆਕਸੀਜਨ ਲਾ ਕੇ ਬੈਠੇ ਆ ਤੇ ਉਹਦੇ ਵਿੱਚ 3-4 ਮੌਤਾਂ ਹੋ ਗਈਆਂ।
ਹੁਣ ਉਹ ਤਾਂ ਕਿਸੇ ਨਾਂ ਦੇ ਵਿੱਚ ਨਹੀਂ ਆਉਂਦੀਆਂ। ਤੇ ਇਹਨਾਂ ਦਾ ਤਾਂ ਇਹ ਆ ਵੀ ਰਿਕੁਐਸਟ ਹੀ ਆ, ਜਾਣੀ ਕਿ ਜੇ ਵੱਜ ਜਾਵੇ ਹਿੰਦੁਸਤਾਨ ਤਾਂ ਚੰਗੀ ਗੱਲ ਆ। ਦੁੱਖ ਬਹੁਤ ਹੁੰਦਾ ਜੀ, ਨੀਂਦ ਨਹੀਂ ਆਉਂਦੀ ਰਾਤ ਨੂੰ ਜਦੋਂ ਇਹਨਾਂ ਦੀਆਂ ਗੱਲਾਂ ਸੁਣੀ ਦੀਆਂ ਜੀ, ਬਹੁਤ ਦੁੱਖ ਹੁੰਦਾ। ਬਿਲਕੁਲ ਸ਼ੇਰਗਿੱਲ ਸਾਹਿਬ, ਤੁਹਾਡੀ ਗੱਲ ਜਾਇਜ਼ ਹੈ। ਅਫਸੋਸ ਹੁੰਦਾ ਹੈ ਜਿਨ੍ਹਾਂ ਪਰਿਵਾਰਾਂ ਦੇ ਨਾਲ ਘਟਨਾਵਾਂ ਵਾਪਰ ਰਹੀਆਂ ਨੇ, ਉਹਨਾਂ ਦੇ ਦੁੱਖ ਨੂੰ ਅਸੀਂ ਟੀਵੀ ਤੇ ਬੈਠ ਕੇ ਨਹੀਂ ਮਹਿਸੂਸ ਕਰਦੇ, ਬਲਕਿ ਅਸੀਂ ਡਰ ਜਾਂਦੇ ਹਾਂ। ਸਰਕਾਰ ਨੇ, ਜੋ ਪਹਿਲੀਆਂ ਸਰਕਾਰਾਂ ਸੀ, ਉਦੋਂ ਅੰਕੜੇ ਜਾਰੀ ਹੁੰਦੇ ਸੀ ਬੇਰੁਜ਼ਗਾਰੀ ਦੇ, ਹੱਤਿਆਵਾਂ ਦੇ, ਜਾਂ ਦੇਸ਼ ਦੀ ਇਨਕਮ ਦੇ, ਜਾਂ ਕਿੰਨੇ ਲੋਕਾਂ ਨੂੰ ਰੁਜ਼ਗਾਰ ਮਿਲਿਆ, ਕਿੰਨੀ ਕਮਾਈ ਕਿੱਥੇ ਹੋ ਰਹੀ ਹੈ। ਲੇਕਿਨ ਪਿਛਲੇ 6-7 ਸਾਲਾਂ ਦੇ ਦੌਰਾਨ ਮੌਜੂਦਾ ਕੇਂਦਰ ਸਰਕਾਰ ਨੇ ਅੰਕੜੇ ਦੇਣੇ ਬੰਦ ਕਰ ਦਿੱਤੇ ਆ। ਹੁਣ ਜਦੋਂ ਕਿ ਮਹਾਮਾਰੀ ਏਡੇ ਵੱਡੇ ਪੱਧਰ ਤੇ ਚੱਲ ਰਹੀ ਹੈ, ਸਰਕਾਰ ਵੱਲੋਂ ਜੋ ਡਾਕਟਰਾਂ ਦੀ ਟੈਕਨੀਕਲ ਟੀਮ ਹੈ ਨੈਸ਼ਨਲ ਲੈਵਲ ਤੇ ਬਣੀ ਹੋਈ, ਉਹਨੂੰ ਵੀ ਅੰਕੜੇ ਨਹੀਂ ਦਿੱਤੇ ਜਾ ਰਹੇ ਕਿ ਕਿੰਨੇ ਟੀਕੇ ਲੱਗ ਗਏ ਆ, ਕਿੰਨੇ ਲੋਕੀ ਮਰ ਗਏ ਆ, ਕਿੰਨਿਆਂ ਨੂੰ ਟੈਸਟਿੰਗ ਪੋਜ਼ਿਟਿਵ ਆ ਚੁੱਕੀ ਹੈ, ਕੀ ਸਾਡੇ ਕੋਲ ਇਨਫਰਾਸਟ੍ਰਕਚਰ ਹੈ, ਆਉਣ ਵਾਲੇ ਸਮੇਂ ਵਿੱਚ ਅਸੀਂ ਕੀ ਕਰਨਾ। ਕਿਉਂਕਿ ਜੇ ਅੰਕੜਿਆਂ ਦੇ ਆਧਾਰ ਤੇ ਹੀ ਸਕੀਮਾਂ ਬਣਦੀਆਂ ਨੇ, ਤੁਹਾਡੀ ਜੇਬ 'ਚ ਜਿੰਨੇ ਪੈਸੇ ਹੋਣਗੇ ਉਸ ਵੇਖ ਕੇ ਤੁਸੀਂ ਖਰਚ ਕਰਨ ਬਾਰੇ ਸੋਚੋਗੇ ਨਾ। ਇਹ ਤਾਂ ਨਹੀਂ ਕਿ ਬਿਨਾਂ ਉਸ ਤੋਂ ਵੇਖੇ ਤੋਂ ਖਰਚ ਕਰਨਾ ਸ਼ੁਰੂ ਕਰ ਦਿਓ। ਸੋ ਅੰਕੜਿਆਂ ਦੀ ਮਹੱਤਤਾ ਵੀ ਬਹੁਤ ਹੁੰਦੀ ਹੈ। ਸਰਕਾਰ ਨੇ ਅੰਕੜੇ ਛੁਪਾਏ ਨੇ, ਛੁਪਾ ਰਹੀ ਹੈ, ਕਿਉਂਕਿ ਕਿਰਕਰੀ ਬੜੀ ਹੋ ਰਹੀ ਹੈ। ਹੈਲੋ, ਵਾਹਿਗੁਰੂ ਜੀ। ਹਾਂਜੀ ਸੇਖੋ ਸਾਹਿਬ, ਵਾਹਿਗੁਰੂ ਜੀ। ਫਤਿਹ ਜੀ। ਆਪ ਜੀ ਨੂੰ ਸਰੋਤਿਆਂ ਨੂੰ ਪ੍ਰੇਮ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਹਾਂਜੀ ਭਾਈ ਸਾਹਿਬ, ਜੈ ਜਵਾਨ ਜੈ ਕਿਸਾਨ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਜੀ। ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰ, ਮੱਥਾ ਟੇਕਦੇ ਆ, ਮਤਲਬ ਨਮਸਕਾਰ ਕਰਦੇ ਆ, ਉਹਨਾਂ ਦਾ ਦਿਲੋਂ ਆਦਰ ਕਰਦੇ ਆ, ਕਿਉਂਕਿ ਉਹਨੇ ਸਾਨੂੰ ਜ਼ਿੰਦਗੀ ਬਖਸ਼ੀ ਆ ਜੀ। ਤੇ ਉਹਨਾਂ ਦੀਆਂ ਗੱਲਾਂ ਕਰਦੇ ਆ, ਬਹੁਤ ਅਫਸੋਸਜਨਕ ਆ। ਝਾੜ ਜਿਹੜਾ ਆ ਗਿਆ, ਹਵਾ ਲੱਗੀ, ਇਹਦੇ ਨਾਲ ਵੀ ਬਹੁਤ ਨੁਕਸਾਨ ਹੋਇਆ। ਗੁਰੂ ਸਾਹਿਬ ਕਿਰਪਾ ਕਰਨ। ਹੀਰੇ ਨੂੰ ਗੱਲ ਚੱਲਦੀ ਸੀ ਤੁਹਾਡੀ ਪਹਿਲਾਂ ਮੇਰੇ ਤੋਂ ਵੀ, ਹੀਰਾ ਸੀਗਾ ਆਪਣਾ ਮੋਦੀ, ਤੇ ਹੀਰੇ ਨੂੰ ਛਾਂਗਿਆ ਜਦੋਂ ਵਿੱਚੋਂ ਜ਼ੀਰੋ ਨਿਕਲਿਆ। ਕੀ ਮਤਲਬ ਉਹ ਗੱਲ ਚਾਹ ਵੇਚਣ ਵਾਲਾ ਨਿਕਲਿਆ। ਮੈਂ ਦੇਖੋ ਸਾਰੀ ਦੁਨੀਆ ਹੀ ਕਹੀ ਜਾਂਦੀ ਹੈ, ਸਾਰੀ ਦੁਨੀਆ ਕਿਸੇ ਢੰਗ ਨਾਲ, ਕੋਈ ਕਹਿੰਦਾ, ਕੋਈ ਨੀਵੇਂ ਢੰਗ ਨਾਲ ਕਹਿੰਦਾ, ਕੋਈ ਉੱਚੇ ਢੰਗ ਨਾਲ ਕਹਿੰਦਾ। ਬੰਦੇ ਨੂੰ ਸਮਝ ਹੀ ਨਹੀਂ ਆ ਰਹੀ ਵੀ ਮੈਂ ਕੀ ਕਰਨਾ। ਤੇ ਬਸ ਨਵੀਆਂ ਨਵੀਆਂ ਧਾਰਤਾਂ ਕਰਕੇ ਤੇ ਵੇਖ ਲਓ ਸੱਜਰ ਕਰ ਰਿਹਾ। ਤੇ ਹੁਣ ਇੱਥੇ ਕੈਨੇਡਾ ਵੀ ਮੀਂਹ ਪੈ ਰਿਹਾ, ਸਾਡੇ ਇੱਥੇ ਵੀ ਮੀਂਹ, ਆਪਣੇ ਕਿਸਾਨਾਂ ਦੀ ਇੱਥੇ ਵੀ ਦਿੱਲੀ ਵੀ ਮੀਂਹ ਪੈ ਰਿਹਾ ਜੀ। ਤੇ ਮਤਲਬ ਇਹ ਜੇ ਮੁਲਕਾਂ ਦੀ ਗੱਲ ਆਪਾਂ ਕਰਦੇ ਹਾਂ ਜੀ, ਇਹਨਾਂ ਦੇ ਨੇੜੇ ਵਾਲੇ ਕੋਈ ਹੋਣ ਨਾ, ਕੋਈ ਮੈਂ ਨਹੀਂ ਕਹਿਣਾ ਚਾਹੀਦਾ, ਖਤਮ ਕਹਿਣਾ ਨਹੀਂ ਚਾਹੀਦਾ, ਮਾੜਾ ਨਹੀਂ ਕਹਿਣਾ ਚਾਹੀਦਾ, ਕਹਿਣਾ ਬੋਲਣਾ ਚਾਹੀਦਾ ਕਿਸੇ ਦਾ। ਪਰ ਜਦੋਂ ਆਪ ਨੂੰ ਹੁੰਦੀ ਹੈ ਨਾ, ਆਪਦੇ ਅੱਗ ਲੱਗਦੀ ਹੈ, ਉਦੋਂ ਹੁੰਦੀ ਹੈ, ਤੇ ਨਹੀਂ ਤਾਂ ਬਸੰਤਰੀ ਚਾਹੀਦੀ ਹੈ। ਧੰਨਵਾਦ ਜੀ, ਸ਼ੁਕਰੀਆ। ਸੇਖੋ ਸਾਹਿਬ, ਜਿਵੇਂ ਤੁਸੀਂ ਗੱਲ ਕੀਤੀ ਹੈ, ਸਾਡੇ ਇੱਕ ਪੰਜਾਬੀ ਦੇ ਵਿੱਚ ਆਪਣੇ ਲੋਕ ਕਹਿੰਦੇ ਆ, ਅਕਸਰ ਬਾਕੀ ਭਾਸ਼ਾਵਾਂ ਦੇ ਵਿੱਚ, ਸੱਭਿਆਚਾਰਾਂ ਦੇ ਵਿੱਚ ਵੀ ਕਹਿੰਦੇ ਹੋਣੇ ਆ, ਕਿ ਜਦੋਂ ਰਾਜਾ ਲੋਕਾਂ ਦੀ ਦੁੱਖ ਤਕਲੀਫ ਨੂੰ ਨਹੀਂ ਸਮਝਦਾ, ਫਿਰ ਉਹਨਾਂ ਦੀ ਆਹ ਜੋ ਹੈ ਨਾ, ਉਹ ਬਹੁਤ ਬੁਰੀ ਹੁੰਦੀ ਹੈ। ਲੋਕਾਂ ਦੀ ਆਹ ਬਹੁਤ ਬੁਰੀ ਹੁੰਦੀ ਹੈ, ਉਸ ਦਾ ਅਸਰ ਬਹੁਤ ਦੂਰ ਤੱਕ ਜਾਂਦਾ ਹੈ। ਲੇਕਿਨ ਇਹ ਹੈ ਕਿ ਸਮਝਣਾ ਚਾਹੀਦਾ ਸ਼ਾਸਕਾਂ ਨੂੰ ਕਿ ਲੋਕ ਕਿੰਨੀ ਪਰੇਸ਼ਾਨੀ ਦੇ ਵਿੱਚ ਹੈ, ਉਹਨਾਂ ਦੀਆਂ ਪਰੇਸ਼ਾਨੀਆਂ ਦੂਰ ਕਰਨੀਆਂ ਚਾਹੀਦੀਆਂ। ਲੋਕਾਂ ਨੇ ਸ਼ਕਤੀ ਦਿੱਤੀ ਹੈ, ਉਸ ਸ਼ਕਤੀ ਦਾ ਲੋਕਾਂ ਦੇ ਵਾਸਤੇ ਹੀ ਵਰਤੋਂ ਜਿਹੜੀ ਆ ਉਹ ਕਰਨੀ ਚਾਹੀਦੀ ਹੈ। ਇੱਥੇ ਅਸੀਂ ਤੁਹਾਨੂੰ ਦੱਸ ਦਈਏ ਕਿ ਹੁਣ ਲੰਮੇ ਸਮੇਂ ਤੋਂ ਇੰਤਜ਼ਾਰ ਕੀਤੀ ਜਾ ਰਹੀ ਸੀ ਕਿ ਕੇਂਦਰ ਕਿਸਾਨਾਂ ਦੀ ਗੱਲ ਸੁਣੇਗਾ, ਗੱਲਬਾਤ ਜਾਰੀ ਹੋਏਗੀ। ਤਾਂ ਹੁਣ ਅੱਕ ਕੇ ਕਿਸਾਨਾਂ ਨੇ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ 25 ਮਈ ਤੱਕ ਗੱਲ ਸ਼ੁਰੂ ਕਰਨੀ ਹੈ, ਜਾਂ ਸਾਡੀ ਗੱਲ ਮੰਨਣੀ ਹੈ ਕਿ ਨਹੀਂ ਦੱਸ ਦਿਓ, ਨਹੀਂ ਤਾਂ ਫਿਰ ਅੱਗੋਂ ਇੱਕ ਬਹੁਤ ਵੱਡੇ ਐਲਾਨ ਹੋਣ ਜਾ ਰਹੇ ਨੇ। ਮਜਬੂਰ ਨੇ ਇਸ ਸਮੇਂ ਦੇ ਵਿੱਚ ਜਦੋਂ ਕਿ ਕਰੋਨਾ ਦਾ ਕਹਿਰ ਜਾਰੀ ਹੈ। ਹੈਲੋ, ਹੈਲੋ, ਤੁਸੀਂ ਬੋਲੋ। ਹਾਂਜੀ, ਸਾਡੀ ਕਾਲ ਤੁਹਾਡੀ ਕੱਟੀ ਗਈ ਹੈ, ਸਾਡੇ ਦੂਸਰੇ ਕਾਲਰ ਨੇ ਸਾਡੇ ਨਾਲ। ਹੈਲੋ ਹੈਲੋ, ਹਾਂਜੀ, ਹੈਲੋ, ਸਤਿ ਸ੍ਰੀ ਅਕਾਲ ਭਾਈ ਜੀ। ਸਤਿ ਸ੍ਰੀ ਅਕਾਲ ਸ਼ੇਰਗਿੱਲ ਸਾਹਿਬ ਜੀ, ਜੀ ਆਇਆਂ ਨੂੰ। ਹਾਂਜੀ ਬਾਈ ਜੀ, ਮੈਂ ਤਾਂ ਇਹ ਕਹੂੰਗਾ, ਜਿਹੜਾ ਲੋਕਤੰਤਰ ਦਾ ਤਾਂ ਇੱਥੋਂ ਪਤਾ ਲੱਗ ਗਿਆ ਵੱਡੇ ਦਾ, ਦੁਨੀਆ 'ਚ ਸਭ ਤੋਂ ਨਖਿੱਧ ਤੇ ਨਾਕਾਮਯਾਬ ਤੇ ਹੈਂਡਲ ਕਰਨ 'ਚ ਅਨਪਲਾਨ ਜਿਹੜੀ ਪੰਜਾਬ, ਆਪਣੀ ਹਿੰਦੁਸਤਾਨ ਦੀ ਸਰਕਾਰ ਰਹੀ ਆ, ਭਾਰਤ ਦੀ ਜੀ।
ਵੀ ਇਹਦੀ ਆਪਾਂ ਦੇਖ ਲਿਆ ਕਾਰਗੁਜ਼ਾਰੀਆਂ ਤੇ ਕਿਸ ਤਰ੍ਹਾਂ ਇਹਨਾਂ ਨੂੰ ਫਿਟੇ ਲਾਣਤਾਂ ਪੈਂਦੀਆਂ ਤਾਂ ਦੇਖ ਲਿਆ, ਪਰ ਇਹਨਾਂ ਨੇ ਇਸ ਮਾਰ ਦੇਣੀ ਦੇ ਦਰਮਿਆਨ ਇਹੋ ਜਿਹੀਆਂ ਦੁਵਿਧਾ ਵਾਲੇ ਇਸ਼ੂ ਲਿਆਂਦੇ ਜਿਹਦੇ 'ਚ ਕਿਸਾਨੀ ਅੰਦੋਲਨ ਵੱਡਾ, ਤੇ ਲੋਕ ਜਿੱਥੇ ਇਕੱਠ ਹੋ ਸਕੇ, ਜਿੱਥੇ ਲੋਕਾਂ ਦਾ ਰੋਹ ਜਾਗ ਸਕੇ ਤੇ ਇਕੱਠ ਹੋਣ ਦੀ ਸੰਭਾਵਨਾ ਫੇਰ ਆ। ਰਾਮ ਰਹੀਮ ਨੂੰ ਬਾਈ ਜੀ ਮੈਨੂੰ ਨਹੀਂ ਪਤਾ ਕਿਹਦੀ ਚਾਲ ਆ, ਪਰ ਇਹੋ ਜਿਹਾ ਹਾਲਾਤਾਂ ਦੇ ਵਿੱਚ ਜਿਹਦਾ ਵਿਵਾਦ ਹੋਵੇ ਸਿੱਖਾਂ ਦੇ ਵਿੱਚ ਜਾਂ ਸ਼ਰਧਾਲੂਆਂ ਦੇ ਵਿੱਚ ਆਊਗਾ, ਰਾਮ ਰਹੀਮ ਨੂੰ ਆਹ ਮਿਲਣੀ ਜ਼ਮਾਨਤ ਜਿਹੜੇ ਬਾਹਰ ਆਇਆ ਇਹਨੂੰ ਕੀ ਕਹਿੰਦੇ ਭਰੋਲ ਤੇ, ਰਾਈਟ। ਪਰ ਸਭ ਤੋਂ ਬਾਈ ਜੀ ਸ਼ਰਮਨਾਕ ਗੱਲ ਇਹ ਆ, ਸਾਡੇ ਪੰਜਾਬ ਦੇ ਲੈ ਲਓ, ਆਪਾਂ ਹੋਰ ਨਾ ਗੱਲ ਕਰੀਏ ਜੀ, 13 MP ਆ ਤੇ 117 MLA ਆ, ਭਾਵੇਂ ਕਿਸੇ ਵੀ ਪਾਰਟੀ ਦੇ ਬਾਈ ਜੀ, ਉਹ ਲੋਕ ਤਾਂ ਕਰਾ ਕਰ ਰਹੇ ਆ ਬਾਈ ਜੀ। ਆਹ ਜਿਹੜੀ ਕਰੋਨਾ ਦੀ ਬਿਮਾਰੀ ਏਡੀ ਵੱਡੀ ਫੈਲੀ ਹੈ ਵੀ ਜਾਨਾਂ ਜਾਣ ਦਾ ਖਤਰਾ, ਪਤਾ ਨਹੀਂ ਗਾਂ ਭਵਿੱਖ ਕੀ ਹੋਣਾ, ਜਿਹੜੀਆਂ ਹੁਣ ਬਿਮਾਰੀਆਂ ਆ ਰਹੀਆਂ ਇਹਦੇ ਨਾਲ ਲੱਗਦੀਆਂ। ਇਹਨਾਂ ਨੂੰ ਇਹਦੀ ਬਜਾਏ ਆ ਜਿਹੜੀ ਆਪਸ ਵਿੱਚ ਇਹਨਾਂ ਨੇ ਕੁੱਕੜ ਖੋਈ ਸਿਆਸੀ ਕੁਸ਼ਤੀਆਂ, ਚਾਹੇ ਧਰਮ ਨੂੰ ਬਚਾ ਲਓ ਬਾਈ ਜੀ, ਧਰਮ ਵੀ ਬਚੂ ਤਾਂ ਹੀ ਚੰਗਾ ਲੱਗੂ, ਸਿਆਸੀ ਕੁਸ਼ਤੀਆਂ ਵੀ ਤਾਂ ਚੰਗੀਆਂ ਲੱਗਣਗੀਆਂ ਜੇ ਲੋਕ ਸਿਹਤਮੰਦ ਹੋਣ ਤਾਂ। ਜੇ ਇਹ ਦਬਾਅ ਪਾਉਣ ਨਾ ਬਾਈ ਜੀ ਸਾਰਾ ਸੈਂਟਰ ਗੌਰਮੈਂਟ ਤੇ ਵੀ ਪਹਿਲਾਂ ਕਿਸਾਨਾਂ ਦਾ ਮਸਲਾ ਹੱਲ ਕਰੋ, ਜੋ ਵੀ ਆ ਇਹਨਾਂ ਨੂੰ ਇਹਨਾਂ ਦੇ ਬਣਦੇ ਹੱਕ ਦਿਓ, ਜੋ ਇਹ ਚਾਹੁੰਦੇ ਦੇ ਕੇ ਇਹਨਾਂ ਨੂੰ ਘਰੋਂ ਘਰੀ ਤੋਰੋ ਤਾਂ ਕਿ ਇਕੱਠ ਘਟੇ। ਕਿਉਂਕਿ ਬਾਈ ਜੀ ਇਹ ਜਿਹੜੀ ਬਿਮਾਰੀ ਆ ਇਹਦੀ ਗੈਦਰਿੰਗ ਤੇ ਮਾਸਕ ਤੋਂ ਬਿਨਾਂ ਤੇ ਜਿਹੜੀਆਂ ਚੰਗੀਆਂ ਸਹੂਲਤਾਂ ਉਦੋਂ ਬਿਨਾਂ ਇਹਦਾ ਕੋਈ ਇਲਾਜ ਹੈ ਨਹੀਂ। ਕਿਤੇ ਅਸੀਂ ਇੰਨੇ ਨਾ ਪਛਤਾਈਏ, ਬਿਮਾਰੀ ਘਰ ਘਰ ਜਾਵੜੇ ਤੇ ਅਸੀਂ ਰਾਜ ਕਿਹਦੇ ਤੇ ਕਰਾਂਗੇ, ਅਸੀਂ ਤੂਏ ਹੋਊ ਇਹਨਾਂ ਦੀ। ਦੇਖ ਲਓ ਬਾਈ ਜੀ, ਮੈਂ ਇਹਨਾਂ ਕਹੂੰਗਾ, ਇਹਨਾਂ ਹੀ ਕਹੂੰਗਾ। ਸ਼ੇਖਲ ਸਾਹਿਬ ਤੋਏ ਤਾਂ ਹੋ ਹੀ ਰਹੀ ਹੈ, ਗੱਲ ਤੋਏ ਦੀ ਨਹੀਂ ਹੈਗੀ, ਗੱਲ ਇਹ ਹੈ ਕਿ ਨੁਕਸਾਨ ਕਿੱਡਾ ਵੱਡਾ ਹੋ ਰਿਹਾ, ਅੰਦਰ ਖਾਤੇ ਨੁਕਸਾਨ ਹੋ ਰਿਹਾ। ਪੰਜਾਬ ਦੀ ਗੱਲ ਹੈ ਕਿ ਪਿੰਡਾਂ ਦੇ ਵਿੱਚ ਵੀ ਵੜ ਚੁੱਕਿਆ ਕਰੋਨਾ, ਪੰਜਾਬ ਹੀ ਨਹੀਂ ਬਾਕੀ ਸਾਰੇ ਸੂਬਿਆਂ ਦੇ ਵਿੱਚ ਵੀ ਇਹ ਜਾ ਚੁੱਕਿਆ। ਤੁਹਾਡੇ ਕੋਲੇ ਅੰਕੜੇ ਨਹੀਂ ਆ ਰਹੇ, ਪਿੰਡਾਂ 'ਚ ਤਾਂ ਪਤਾ ਹੀ ਨਹੀਂ ਲੱਗ ਰਿਹਾ ਕੌਣ ਬਿਮਾਰ ਹੋ ਰਿਹਾ, ਕੌਣ ਮਰ ਰਿਹਾ, ਕਿਹਦੀ ਕੀ ਸਥਿਤੀ ਹੈ। ਲੋਕੀ ਸ਼ਹਿਰਾਂ ਤੱਕ ਪਹੁੰਚਦੇ ਬਹੁਤ ਵੱਡੇ ਨੁਕਸਾਨ ਉਹਨਾਂ ਦੇ ਹੋ ਜਾਂਦੇ ਆ। ਹੈਲੋ ਹਾਂਜੀ ਬੜਾਈ ਸਾਹਿਬ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਅੰਸਾਰੀ ਸਾਹਿਬ। ਹਾਂਜੀ ਮੰਡੀ ਅੰਦਰ ਡਿਸਟ੍ਰਿਕਟ ਮਲੇਰਕੋਟਲਾ ਜੀ ਅੰਸਾਰੀ ਜੀ। ਹਾਂਜੀ ਸਰ ਜੀ, ਮੈਂ ਤਾਂ ਇਹ ਕਹਿਣਾ ਚਾਹੁੰਦਾ ਜਿਸ ਤਰ੍ਹਾਂ ਕੱਲ ਪਰਸੋਂ ਦੀ ਸੋਸ਼ਲ ਮੀਡੀਆ ਤੇ ਵੀ ਹੋਰ ਨਿਊਜ਼ ਚੈਨਲਾਂ ਦੇ ਉੱਤੇ ਵੀ ਜਿੱਥੇ ਆਪਣੇ ਬਠਿੰਡੇ ਦੇ ਇੱਕ ਲਾਗੇ ਪਿੰਡ ਦੇ ਵਿੱਚ ਦੀ ਗੁਰੂ ਦੇ ਘਰ ਦੇ ਵਿੱਚ ਇਹਨਾਂ ਦੀ ਅਰਦਾਸ ਕੀਤੀ ਗਈ ਆ ਆਪਣੇ ਡੇਰਾ ਮੁਖੀ ਸਾਹਿਬ ਦੇ ਨਾਂ ਤੇ ਨਰਿੰਦਰ ਮੋਦੀ ਦੇ ਨਾਂ ਤੇ। ਸਰ ਜੀ ਇਹ ਕਰਵਾਉਣ ਵਾਲੇ ਕੌਣ ਹੋ ਸਕਦੇ ਨੇ? ਲੋਕਾਂ ਨੂੰ ਪਤਾ ਨਹੀਂ ਕਿਉਂ ਜਾਗਰ ਬਣੇ, ਜਾਂ ਕੋਈ ਗਹਿਰੇ ਬੋਲੇ ਨੇ ਕਿ ਲੋਕ, ਜਾਂ ਕੋਈ ਆਪਾਂ ਨੇ ਕਹਿ ਲਈਏ, ਜਾਂ ਭਗਤਾਂ ਨੂੰ ਸਾਰਿਆਂ ਨੂੰ ਪਤਾ ਵਾ, ਜੋ ਕਿ ਇਹਨਾਂ ਦੇ ਹੀ ਥੱਲੇ ਚੇਲੇ ਚਾਪੇ ਬੈਠੇ ਨੇ। ਆਪਣੇ ਪ੍ਰਕਾਸ਼ ਸਿੰਘ ਬਾਦਲ ਦਾ ਲਾਣਾ ਜਿਹੜਾ ਸਾਰਾ ਕੁਛ ਹੈ ਇਹੀ ਕਿਹਾਂ ਤੇ ਕਰਾਉਂਦੇ ਨੇ। ਇਹਨਾਂ ਨੇ ਮਾਫੀਆਂ ਦਵਾਈਆਂ, ਇਹਨਾਂ ਨੇ ਸਾਰਾ ਕੁਝ ਡੇਰੇ ਮੁਖੀ ਤਾਂ ਆਪਦੇ ਹੱਥੀ ਗ੍ਰੰਥੀ ਸਾਹਿਬ ਤੋਂ ਕਰਵਾਇਆ, ਜਿੱਥੇ ਤਾਂ ਆਪਣੇ ਅਕਾਲ ਤਖਤ ਦੇ ਸਾਹਿਬ ਦੇ ਜਥੇਦਾਰ ਤੋਂ ਜੀ। ਹੁਣ ਜੇ ਗੱਲ ਕਰੀਏ ਸਰ, ਅਰਦਾਸਾਂ ਹੁੰਦੀਆਂ ਨੇ, ਸਾਡੇ ਇੱਕ ਪਾਸੇ ਦਾ ਕਿਸਾਨ ਭਰਾ ਦੁਖੀ ਕਰਾ ਕਰਦੇ ਨੇ। ਜਿਹੜਾ ਦੁਨੀਆ ਤੇ ਇਸ ਟਾਈਮ ਆਫਤ ਮਹਾਮਾਰੀ ਕਰੋਨਾ ਦੀ ਚੱਲਦੀ ਆ, ਇਹ ਉਹਨਾਂ ਦਾ ਹੀ ਕਹਿਰ ਕਿਸਾਨ ਭਰਾਵਾਂ ਦਾ ਸਰ, ਉਹਨਾਂ ਦੀਆਂ ਹੀ ਬਦਦੁਆਵਾਂ ਨੇ, ਜੋ ਕਿ ਪਤਾ ਨਹੀਂ ਹਾਲੇ ਕਿੰਨਾ ਖਮਿਆਜਾ ਆਪਣੇ ਦੇਸ਼ ਨੂੰ ਭੁਗਤਣਾ ਪੈ ਸਕਦਾ। ਜੋ ਕਿ ਹੋਰ ਪਾਸੇ ਤਾਂ ਸਰ ਕੋਈ ਸਾਰੇ ਪਾਸੇ ਖਤਮ ਹੀ ਹੋ ਚੁੱਕਿਆ। ਹਰ ਕੰਟਰੀਆਂ ਕਹਿੰਦੀਆਂ ਨੇ ਵੀ ਸਾਡੇ ਠੀਕ ਹੈ ਕਰੋਨਾ ਦੀ ਮਹਾਮਾਰੀ, ਹੁਣ ਕੋਈ ਨਹੀਂ। ਹਿੰਦੁਸਤਾਨ ਦੇ ਵਿੱਚ ਇਹੋ ਜਿਹੀ ਕਿਹੜੀ ਆਫਤ ਆ ਗਈ? ਜੇ ਕਹਿੰਦੇ ਕਿਸੇ ਨੂੰ ਤੰਗ ਪਰੇਸ਼ਾਨ ਕਰੀਏ ਗੁਆਂਢੀ ਨੂੰ, ਤਾਂ ਦੂਸਰੇ ਨੂੰ ਵੀ ਖਮਿਆਜਾ ਭੁਗਤਣਾ ਪੈਂਦਾ, ਦੁੱਖ ਤਕਲੀਫਾਂ 'ਚ ਝੱਲਣਾ ਪੈਂਦਾ। ਜੇ ਗੁਆਂਢੀ ਠੀਕ ਹੋਊਗਾ ਤਾਂ ਆਪਾਂ ਸੁੱਖ ਦੀ ਨੀਂਦ ਬੈਠ ਕੇ ਕਿੱਥੋਂ ਆਪਾਂ ਆਪਦਾ ਕੋਈ ਪ੍ਰੋਗਰਾਮ ਜਾਂ ਆਪਣਾ ਤਿਉਹਾਰ ਮਨਾਵਾਂਗੇ। ਧੰਨਵਾਦ ਜੀ। ਗੱਲ ਠੀਕ ਹੈ। ਇੱਕ ਬੜੀ ਹੈਰਾਨੀ ਦੀ ਗੱਲ ਹੈ ਕਿ 6 ਮਹੀਨਿਆਂ ਤੋਂ ਕਿਸਾਨ ਉੱਥੇ ਬੈਠੇ ਨੇ, ਉਹਨਾਂ ਦੇ ਪਿੱਛੇ ਪਰਿਵਾਰਾਂ ਦੇ ਵਿੱਚ ਕਿੰਨੀਆਂ ਸਮੱਸਿਆਵਾਂ ਨੇ। 450 ਦੇ ਨੇੜੇ ਤੇੜੇ ਕਿਸਾਨ ਇਸ ਸਮੇਂ ਦੇ ਦੌਰਾਨ ਜਾਂ ਹਾਦਸਿਆਂ ਦੇ ਵਿੱਚ ਜਾਂ ਉੱਥੇ ਸ਼ਹੀਦ ਹੋ ਚੁੱਕੇ ਨੇ। ਸਾਨੂੰ ਨਹੀਂ ਸਮਝ ਆਉਂਦੀ, ਜਿਵੇਂ ਹੁਣ ਅੰਸਾਰੀ ਸਾਹਿਬ ਨੇ ਵੀ ਗੱਲ ਕੀਤੀ ਹੈ ਕਿ ਗੁਆਂਢੀ ਦੇ ਘਰ ਜੇ ਪਰੇਸ਼ਾਨੀ ਹੋਵੇ ਤਾਂ ਤੁਸੀਂ ਸੌਂ ਨਹੀਂ ਸਕਦੇ। ਤੁਹਾਡੇ ਬਰੂਹਾਂ ਦੇ ਉੱਤੇ ਕਿਸਾਨ ਐਡੀ ਵੱਡੀ ਸਮੱਸਿਆ ਲੈ ਕੇ ਬੈਠੇ ਹੋਏ ਆ, ਔਰ ਸਾਡੇ ਮੰਤਰੀ ਰਾਤ ਨੂੰ ਕਿਵੇਂ ਸੌਂਦੇ ਹੋਣਗੇ ਏਸੀ ਕਮਰਿਆਂ ਦੇ ਵਿੱਚ? ਜੇ ਉਹਨਾਂ ਨੇ 6 ਮਹੀਨੇ ਕੱਢ ਦਿੱਤੇ ਹੈ ਤਾਂ ਇਹਦਾ ਮਤਲਬ ਇਹ ਆ ਕਿ ਉਹਨਾਂ ਦੀਆਂ ਜ਼ਮੀਰਾਂ ਮਰ ਚੁੱਕੀਆਂ ਹੋਈਆਂ ਨੇ, ਇਹਨਾਂ 'ਚੋਂ ਜ਼ਮੀਰ ਨਹੀਂ ਲੱਭੀ ਜਾ ਸਕਦੀ। ਇਹਦਾ ਮਤਲਬ ਤਾਂ ਇਹੀ ਨਿਕਲਦਾ ਹੈ ਕਿ ਤੁਸੀਂ ਗੱਲ ਬੰਦ ਕਰਕੇ ਬੈਠ ਗਏ ਹੋ, ਨਾਲ ਦੀ ਨਾਲ ਵੱਡੀ ਸਮੱਸਿਆ ਆ ਗਈ ਹੈ, ਔਰ ਕਿਸਾਨ ਉੱਥੇ ਤੁਸੀਂ ਬਲਦੀ ਦੇ ਬੁੱਥੇ ਲਾਏ ਹੋਏ ਆ। ਹੈਲੋ ਜੀ। ਹਾਂਜੀ ਹਾਂਜੀ, ਕੌਣ ਬੋਲ ਰਹੇ ਹੋ? ਹਾਂਜੀ ਮੈਂ ਬੋਲ ਰਿਹਾ। ਹਾਂਜੀ, ਤੁਹਾਡੀ ਆਵਾਜ਼ ਜਾ ਰਹੀ ਹੈ ਔਨ 에ਅਰ, ਤੁਸੀਂ ਗੱਲ ਕਰੋ ਆਪਣੀ। ਮੇਰੀ ਆਵਾਜ਼ ਜਾ ਰਹੀ ਹੈ? ਹਾਂ ਭਾਈ ਸਾਹਿਬ, ਮੈਂ ਤੁਹਾਨੂੰ ਇੱਕ ਗੱਲ
ਬੜੀ ਖਾਸ ਜਿੱਦਣ ਦੀ ਇਹ ਦੁਨੀਆ ਬਣੀ ਆ ਔਰ ਡਿਕਟੇਟਰਸ਼ਿਪ ਟਾਈਮ ਤੇ ਵੀ ਪੋਲਿਟਿਕਸ ਚੱਲਦੀ ਰਹੀ ਔਰ ਹੁਣ ਤਾਂ ਡੈਮੋਕ੍ਰੇਸੀ 'ਚ ਵੀ ਪੋਲਿਟਿਕਸ ਚੱਲਦੀ ਪਈ ਆ ਜੀ। ਤੁਹਾਨੂੰ ਅੱਜ ਮੈਂ ਇੱਕ ਪੋਲਿਟਿਕਸ ਦੀ ਇੱਕ ਖਾਸ ਚੀਜ਼ ਦੱਸ ਦਿੰਦਾ ਜਿਹੜੀ ਆਉਣ ਵਾਲੀਆਂ ਪੀੜ੍ਹੀਆਂ ਸਾਰੀ ਉਮਰ ਯਾਦ ਰੱਖੂਗੀਆਂ। ਤੁਸੀਂ ਕੌਣ ਬੋਲ ਰਹੇ ਹੋ? ਭਾਈ ਸਾਹਿਬ ਮੇਰਾ ਨਾਮ ਰਹਿਣ ਦੋ, ਮੇਰੀ ਤੇਰਾ ਪੁਆਇੰਟ ਜਾ ਲੈ। ਠੀਕ ਹੈ ਜੀ ਜੀ ਜੀ। ਤਾਂ ਹਾਂ ਹੁਣ ਧਿਆਨ ਨਾਲ ਸੁਣਿਓ ਭਾਈ ਸਾਹਿਬ, ਪਾਸ ਦੇ ਵਿੱਚ ਛੱਡੋ ਰਾਜੇ ਮਹਾਰਾਜੇ ਦੇ, ਹੁਣ ਜਿਹੜੀ ਡੈਮੋਕ੍ਰੇਸੀ ਦੇ ਵਿੱਚ ਜਿਹੜੀ ਪੋਲਿਟਿਕਸ ਚੱਲਦੀ ਪਈ ਹੈ ਨਾ, ਆਉਣ ਵਾਲੇ ਟਾਈਮ 'ਚ ਜਿਹੜੀ ਪੋਲਿਟਿਕਸ ਸਾਰੀ ਉਮਰ ਚੱਲਣੀ ਆ ਅੱਜ ਉਹਦੇ ਉੱਤੇ ਮੈਂ ਨਿਚੋੜ ਲੱਗਾ ਤੁਹਾਨੂੰ ਦੇਣ। ਭਾਈ ਸਾਹਿਬ ਪੋਲਿਟਿਕਸ ਪਤਾ ਕੀ ਆ, ਜਦੋਂ ਵੀ ਕੋਈ ਕਿਸੇ ਮੁਲਕ ਦਾ ਪ੍ਰਧਾਨ ਮੰਤਰੀ ਬਣਦਾ ਨਾ ਜੀ, 235 ਮੁਲਕ ਹੈਗੇ, ਜਦੋਂ ਵੀ ਕੋਈ ਮੁਲਕ ਦਾ ਪ੍ਰਧਾਨ ਮੰਤਰੀ ਬਣਦਾ ਉਹਨੂੰ ਦੋ ਕਿਸਮ ਦੀ ਪੋਲਿਟਿਕਸ ਖੇਡਣੀ ਪੈਂਦੀ ਹੈ। ਫਸਟ ਪੋਲਿਟਿਕਸ he has to play in the country, ਆਪਣੇ ਮੁਲਕ 'ਚ ਖੇਡਣੀ ਪੈਂਦੀ ਹੈ ਜੀ। good tax system, good license system for production ਜੀ। second politics ਉਹਨੂੰ international politics ਖੇਡਣੀ ਪੈਂਦੀ ਹੈ ਜੀ। if he play both properly internationally and individually ਜੀ, the people live there, they always good shape। ਇਹ politics ਦੀ ਸਾਰੀ ਉਮਰ ਸਾਰੀ ਪੀੜ੍ਹੀਆਂ ਨੂੰ ਪਤਾ ਲੱਗੇਗਾ ਕਿ politics ਕੀ ਆ। ਮੈਂ ਇੰਨੇ ਕਮੈਂਟ ਕਰਨਾ ਚਾਹੁੰਦਾ, ਜੇ ਕੋਈ ਹਾਂ ਤੁਹਾਡੇ ਇੱਕ ਸਵਾਲ ਦਾ ਜਵਾਬ ਕੱਲ ਰਹਿ ਗਿਆ ਸੀਗਾ ਜੀ, ਲਾਈਨ ਕੱਟ ਹੋ ਗਈ ਸੀਗੀ ਤਾਂ ਉਹ ਕੱਲ ਉਹ ਹਿਟਲਰ ਦੀ ਗੱਲ ਚੱਲਦੀ ਪਈ ਸੀ ਪਰ ਉਹ ਗੱਲ ਪਿੱਛੇ ਰਹਿ ਗਈ ਤਾਂ ਫਿਰ ਕਿਸੇ ਵੇਲੇ ਹੁਣ ਸਮੁੰਦਰ ਦੀ ਗੱਲ ਸੁਣਾਤੀ ਹੈ, ਕਿਸੇ ਵੇਲੇ ਫਿਰ ਜਿਹੜੇ ਟੋਏ ਛੱਪੜ ਨਦੀਆਂ ਦਰਿਆਵਾਂ ਦੀ ਗੱਲ ਉੱਥੇ ਟੌਪਿਕ ਤੇ ਵੀ ਕੋਈ ਗੱਲ ਨਵੀਂ ਸੁਣਾ ਦਾਂਗੇ। ਥੈਂਕ ਯੂ ਜੀ। ਜੀ ਸ਼ੁਕਰੀਆ। ਬਿਲਕੁਲ ਦੋ ਪੱਧਰ ਦੀ ਤਾਂ ਰਾਜਨੀਤੀ ਕਰਨੀ ਪੈਂਦੀ ਹੈ ਕਿਸੇ ਪ੍ਰਧਾਨ ਮੰਤਰੀ ਨੂੰ, ਰਾਸ਼ਟਰੀ ਪੱਧਰ ਦੀ, ਅੰਤਰਰਾਸ਼ਟਰੀ ਪੱਧਰ ਦੀ, ਤੇ ਅੰਦਰੂਨੀ ਤੌਰ ਦੇ ਉੱਤੇ ਟੈਕਸ ਲਾਉਣੇ ਪੈਂਦੇ ਆ। ਬੜਾ ਕੁਝ ਤੁਸੀਂ ਗੱਲ ਕੀਤੀ ਹੈ, ਪਰ ਗੱਲ ਇਹ ਹੈ ਕਿ ਜੋ ਅੰਦਰੂਨੀ ਪੱਧਰ ਦੀ ਜੋ ਅੰਦਰੂਨੀ ਪੱਧਰ ਦੀ ਪੋਲਿਟਿਕਸ ਹੈ ਜਿਹਦੇ ਵਿੱਚ ਆਪਣੇ ਲੋਕਾਂ ਦਾ ਵਿਕਾਸ ਕਰਨਾ ਹੁੰਦਾ ਹੈ, ਜੋ ਉਹਨਾਂ ਬਾਰੇ ਸੋਚਣਾ ਹੁੰਦਾ ਹੈ, ਉੱਥੇ ਸਰਕਾਰ ਨੂੰ ਲੋਕਾਂ ਬਾਰੇ ਸੋਚਣਾ ਚਾਹੀਦਾ ਹੈ ਕਿ ਨਹੀਂ ਸੋਚਣਾ ਚਾਹੀਦਾ। ਵਾਰ-ਵਾਰ ਹਰ ਮੂੰਹ ਤੋਂ ਇਹੀ ਗੱਲ ਨਿਕਲਦੀ ਹੈ ਕਿ ਲੋਕਾਂ ਬਾਰੇ ਕੁਝ ਨਹੀਂ ਸੋਚਿਆ ਜਾ ਰਿਹਾ। ਤਾਂ ਫਿਰ ਸਰਕਾਰ ਦਾ ਲੋਕਾਂ ਪ੍ਰਤੀ ਜਿੰਨਾ ਵੀ ਨਜ਼ਰੀਆ ਕਿ ਅਸੀਂ ਸਕੀਮਾਂ ਬਣਾ ਰਹੇ ਹਾਂ, ਭਲਾਈ ਕੀਤੀ ਜਾ ਰਹੀ ਹੈ, ਬੀਮਾ ਸਕੀਮ ਆ ਰਹੀ ਹੈ, ਸਿਹਤ ਸਕੀਮਾਂ ਆ ਰਹੀਆਂ ਨੇ, ਰੁਜ਼ਗਾਰ ਬਾਰੇ ਕਿਹਾ ਜਾ ਰਿਹਾ ਕਿ ਇੰਨੇ ਕਰੋੜਾਂ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ, ਜੇਕਰ ਇਹ ਸਭ ਕੁਝ ਹੋ ਰਿਹਾ ਤੇ ਫਿਰ ਲੋਕ ਤੰਗ ਕਿਉਂ ਨੇ? ਹੈਲੋ, ਅਗਲੇ ਕਾਲਰ ਨਾਲ ਗੱਲ ਕਰਦੇ ਹਾਂ ਅਸੀਂ। ਹੈਲੋ ਹਾਂਜੀ ਸਰ, ਬੈਸ ਸਾਹਿਬ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਹਾਂ, ਮੈਂ ਜਸਵੀਰ ਸਿੰਘ ਬੋਲ ਰਿਹਾ ਜੀ, ਪਿੰਡ ਬਟਾਲੀ, ਜ਼ਿਲ੍ਹਾ ਲੁਧਿਆਣਾ ਤੋਂ ਜੀ। ਹਾਂ ਜੀ ਜਸਵੀਰ ਸਿੰਘ ਜੀ, ਜੀ ਆਇਆਂ ਨੂੰ। ਹਾਂਜੀ ਸਰ ਜੀ, ਏਦਾਂ ਦੇਖੋ ਹੁਣ ਆਪਣੇ ਚਾਹੇ ਮਹਾਮਾਰੀ ਚੱਲ ਰਹੀ ਹੈ ਜੀ, ਜੇ ਮਹਾਮਾਰੀ ਹੁਣ ਗਵਰਨਮੈਂਟ ਦੇਖੇ, ਮੰਨ ਲਓ ਵੀ ਆਪਣੇ ਲੱਖਾਂ ਕਿਸਾਨ ਬਾਰਡਰਾਂ ਤੇ ਬੈਠੇ ਨੇ ਜੀ। ਹਾਂਜੀ, ਉੱਥੇ ਉਹਨਾਂ ਦੀ ਦੁੱਖ ਤਕਲੀਫ, ਕੋਈ ਵੀ ਦੁੱਖ ਤਕਲੀਫ ਆ ਗਵਰਨਮੈਂਟ ਸੁਣੇ ਜੀ, ਜੇ ਗਵਰਨਮੈਂਟ ਨੂੰ ਫਿਕਰ ਆ ਜੀ। ਹਾਂਜੀ, ਤੇ ਦੂਜਾ ਨੰਬਰ ਜੀ, ਹੁਣ ਦੇਖੋ ਜੀ, ਇਹਨਾਂ ਨੇ ਕਹਿੰਦੇ ਜੀ ਜਿਹੜਾ ਕਰੋਨਾ ਨਾਲ ਮਰਦਾ ਉਹਨਾਂ ਨੂੰ 1500 ਰੁਪਇਆ ਪੈਨਸ਼ਨ ਦੇਣੀ ਆ। ਹਾਂਜੀ ਹਾਂਜੀ, ਹਾਂ ਵੀ 18 ਸਾਲ ਤੱਕ ਦੇ ਜੀ, ਵੀ 18 ਸਾਲ ਤੱਕ ਦੇ ਬੱਚੇ ਜਿਹੜੇ ਵੀ ਹੁੰਦੇ ਨੇ ਉਹਨਾਂ ਦੀ ਪੜ੍ਹਾਈ ਵਾਸਤੇ, ਹਾਂਜੀ ਪੜ੍ਹਾਈ ਵਾਸਤੇ 1500 ਰੁਪਇਆ ਪੈਨਸ਼ਨ ਦੇਣਗੇ ਜੀ। ਗਵਰਨਮੈਂਟ ਜੀ ਇੰਤਜ਼ਾਮ ਤਾਂ ਕੋਈ ਕਰ ਨਹੀਂ ਰਹੀ ਜੀ। ਹਾਂਜੀ, ਤੇ ਜਿਹੜੀ ਹੁਣ ਕਰੋਨਾ ਦੀ ਵੈਕਸੀਨ ਆ ਉਹਦੇ ਉੱਤੇ 5% GST ਲਾਤਾ ਜੀ। ਹਾਲਾਂਕਿ ਇਹ ਵੈਕਸੀਨ ਲੋਕਾਂ ਕੋਲੇ ਫ੍ਰੀ ਪਹੁੰਚਣੀ ਚਾਹੀਦੀ ਹੈ ਜੀ। ਬਿਲਕੁਲ, ਇਹ ਤਾਂ ਮੰਗ ਹੋ ਹੀ ਰਹੀ ਹੈ ਕਿ ਬਾਕੀ ਮੁਲਕਾਂ ਦੇ ਵਿੱਚ ਫ੍ਰੀ ਲੱਗ ਰਹੀ ਹੈ, ਸਾਡੇ ਮੁਲਕ ਦੇ ਵਿੱਚ ਵੈਕਸੀਨ ਦੇ ਰੇਟ ਕਿਉਂ ਤੈਅ ਕੀਤੇ ਜਾ ਰਹੇ ਨੇ? ਕਿਉਂ ਪ੍ਰਾਈਵੇਟ ਹਸਪਤਾਲ ਤਾਂ ਤੁਹਾਡੇ ਸਾਹਮਣੇ ਆ, ਰੋਜ਼ ਖਬਰਾਂ ਆ ਰਹੀਆਂ ਨੇ ਕਿ ਲੋਕਾਂ ਦੀ ਕਿੰਨੀ ਲੁੱਟ ਹੋ ਰਹੀ ਹੈ। 70 ਹਜ਼ਾਰ ਰੁਪਈਆ ਇੱਕ ਦਿਨ ਦੇ ਵਿੱਚ ਖਰਚਾ ਹੋ ਰਿਹਾ ਕੁਝ ਹਸਪਤਾਲਾਂ ਦੇ ਵਿੱਚ, ਕਿਉਂਕਿ ਉਹ ਲੈ ਕੇ ਲੋਕ ਕਰੋਨਾ ਵਾਸਤੇ ਜਾਂਦੇ ਆ ਤੇ ਡਾਕਟਰ ਫਿਰ ਨਾਲ ਹੋਰ ਗੱਲਾਂ ਜੋੜ ਦਿੰਦੇ ਆ, ਇਹਨਾਂ ਦੀ ਤੇ ਜੀ ਕਿਡਨੀ ਤੇ ਅਸਰ ਹੋ ਚੁੱਕਿਆ ਹੈ, ਇਹਨਾਂ ਨੂੰ ਤਾਂ ਹਾਰਟ ਦੀ ਪ੍ਰੋਬਲਮ ਹੋ ਗਈ ਹੈ, ਇਹਨਾਂ ਦੇ ਕਲੌਟਿੰਗ ਹੋ ਗਈ ਹੈ, ਇਹਦੇ ਆਹ ਕਰਨਾ। ਪ੍ਰਾਈਵੇਟ ਲੁੱਟ ਨੂੰ ਸਰਕਾਰ ਜੇ ਨਹੀਂ ਬਚਾਉਂਦੀ ਤਾਂ ਬਹੁਤ ਵੱਡੀ ਅਸੀਂ ਸਮੱਸਿਆ ਦੇ ਵਿੱਚ ਫਸਣ ਜਾ ਰਹੇ ਹਾਂ। ਲੋਕਾਂ ਦੀਆਂ ਲਾਸ਼ਾਂ ਸੜਕਾਂ ਦੇ ਉੱਤੇ ਪਈਆਂ ਹੋਣਗੀਆਂ, ਅਸੀਂ ਹਾਲੇ ਹੋਰ ਵੇਖਣਾ। ਇਹ ਸੱਚਮੁੱਚ ਬੜੀ ਸ਼ਰਮ ਦੀ ਗੱਲ ਹੈ ਸਾਡੇ ਲਈ। ਹੈਲੋ ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਮਹਿੰਦਰ ਸਿੰਘ ਬੋਲ ਰਿਹਾ ਜੀ, ਸਰੀ ਤੋਂ ਜੀ। ਸਤਿ ਸ੍ਰੀ ਅਕਾਲ ਜੀ। ਹਾਂਜੀ, ਦੇਖੋ ਹਰ ਕਾਲਰ ਦੀ ਗੱਲ ਹੈ ਜਿਹੜੀ ਉਹ ਮਹੱਤਵਪੂਰਨ ਹੈ ਤੇ ਹਰ ਗੱਲ ਦੇ ਵਿੱਚ ਉਹਨਾਂ ਦਾ ਆਪਣਾ ਆਪਣਾ ਵਿਊ ਪੁਆਇੰਟ ਹੈ। ਬਿਲਕੁਲ, ਬਹੁਤ ਸਾਰਾ ਜੋ ਕੁਝ ਵੀ ਸਾਹਮਣੇ ਆ ਰਿਹਾ ਹੈ
ਉਹ ਅੰਧੇਰੇ ਰਾਹ ਨਾਲ ਕੋਈ ਹੋ ਭਾਲ ਵਿਕੁੰਨੀ ਹੋਈ ਵਾਲੀ ਗੱਲ ਹੋਈ ਪਈ ਹੈ। ਇਹ ਜਿਹੜੇ ਤੁਸੀਂ ਸਾਰਾ ਮਿਥਾਸ ਚੱਕ ਲਓ ਗ੍ਰੀਕ ਦਾ, ਸਾਰਾ ਭਾਰਤ ਦਾ ਛਲ ਕਪਟ ਨਾਲ ਰਾਜ ਕਰ ਰਹੇ ਆ ਲੋਕ। ਤੇ ਸਭ ਤੋਂ ਜਿਹੜੀ ਦੁੱਖ ਦੀ ਰਾਗ ਹੈ ਉਹ ਵਿਅਕਤੀ ਦੀ ਧਰਮ ਹੈ। ਧਰਮ ਦੇ ਨਾਂ ਤੇ ਸਿਆਸਤਦਾਨਾਂ ਨੇ ਰਾਜ ਕੀਤੇ, ਕਤਲੋਗਾਰਤ ਕਰਾਈ, ਅੱਜ ਵੀ ਉਹ ਚੱਲ ਰਹੀ ਹੈ। ਬਠਿੰਡੇ ਵਾਲੀ ਘਟਨਾ ਤੇ ਜਿਹੜੀ ਗੱਲ ਅੰਸਾਰੀ ਸਾਹਿਬ ਨੇ ਕੀਤੀ ਹੈ, ਪਹਿਲਾਂ ਸ਼ਰਮਾ ਜੀ ਨੇ ਕੀਤੀ ਹੈ, ਸ਼ਰਮਾ ਜੀ ਨੇ ਬਿਲਕੁਲ ਸਹੀ ਗੱਲ ਕੀਤੀ ਹੈ। ਮੈਂ ਉਹ ਸਾਰਾ ਸੁਣਿਆ। ਉਹ ਅਰਦਾਸ ਦੇ ਜਿਹੜੇ ਸ਼ਬਦ ਹੈ, ਇੱਕ ਇੱਕ ਸ਼ਬਦ ਹੈ ਜਿਹੜਾ ਉਹ ਬੜਾ ਏਜੰਸੀਆਂ ਦਾ ਸੋਚ ਸਮਝ ਕੇ ਵਰਤਿਆ ਗਿਆ। ਤੇ ਜਦੋਂ ਕਿਹਾ ਨਾ ਆਪਣਾ ਸ਼ਰਮਾ ਜੀ ਕਹਿੰਦੇ ਆ ਵੀ ਕਿਸੇ ਨੇ ਨਹੀਂ ਕੁਛ ਕਰਨਾ ਤੇ ਇਹਨੂੰ ਕੋਈ ਸਿੰਘ ਗੱਡੀ ਚੜਾ ਦੂ, ਏਜੰਸੀਆਂ ਤਾਂ ਚਾਹੁੰਦੀਆਂ ਇਹੋ ਹੈ। ਅੱਜ ਇਹਦੀ ਲੋੜ ਨਹੀਂ, ਸਾਨੂੰ ਲੋੜ ਇਹ ਹੈ ਕਿ 33% ਵੋਟਾਂ ਨਾਲ ਬੀਜੇਪੀ ਰਾਜ ਕਰ ਰਹੀ ਹੈ, 36% ਮਿਲੀਆਂ ਇੱਥੇ ਕਾਂਗਰਸ ਨੂੰ, ਤੇ ਬਾਦਲ ਕਿੰਨੀਆਂ ਨੇ ਕਿਉਂ ਨਹੀਂ ਸਾਰੇ ਇਕੱਠੇ ਹੁੰਦੇ। ਅੱਜ ਸਾਨੂੰ ਸਾਰਿਆਂ ਨੂੰ ਰਲ ਕੇ ਇਹ ਪ੍ਰਚਾਰ ਕਰਨ ਦੀ ਲੋੜ ਆ, ਲੋਕਾਂ ਦੇ ਮਨ 'ਚ ਇਹ ਗੱਲ ਦੇਣ ਦੀ ਲੋੜ ਹੈ ਕਿ ਤੁਸੀਂ ਇਕੱਠੇ ਹੋ ਜਾਓ। ਇੱਕ ਪਾਸੇ ਬੀਜੇਪੀ, ਕਾਂਗਰਸ ਤੇ ਪੰਜਾਬ ਦੇ ਅਕਾਲੀ ਆ, ਇਹਨਾਂ ਨੂੰ ਰਹਿਣ ਦਿਓ ਪਾਸੇ, ਇਕੱਲੇ ਨਾਲ ਇਕੱਲਾ ਲੜੋਗੇ, ਕੋਈ ਤੁਹਾਡਾ ਕੱਖ ਨਹੀਂ ਵਿਗਾੜ ਸਕਦੇ। ਤੇ ਜਦੋਂ ਤੱਕ ਅਸੀਂ ਇਕੱਲੇ ਨਾਲ ਇਕੱਲਾ ਨਹੀਂ ਲੜਦੇ, ਇਹ ਸਟ੍ਰੈਟੇਜੀ ਨਹੀਂ ਅਪਣਾਉਂਦੇ, ਸਾਡਾ ਕੁਝ ਨਹੀਂ ਬਣਨਾ। ਬਾਕੀ ਵਿਚਾਰ ਆਪੋ ਆਪਣੇ ਹੈ। ਜੇ ਕਿਤੇ ਅਸੀਂ ਇਸ ਗੱਲ ਤੇ ਲੋਕ ਕਨਵਿੰਸ ਹੋ ਜਾਣ, ਇੰਨੇ ਕੁ ਸਿਆਣੇ ਹੋ ਜਾਣ ਵੀ ਇਕੱਲੇ ਨੂੰ ਇਕੱਲਾ ਢਾਲੋ, ਤੇ ਫਿਰ ਇਹ ਭਾਲੇ ਨਹੀਂ ਥਿਆਉਣੇ। ਧੰਨਵਾਦ, ਤੁਸੀਂ ਬੜੇ ਵਧੀਆ ਤਰੀਕੇ ਨਾਲ ਐਨਾਲਿਸਿਸ ਕਰਕੇ ਦੱਸ ਰਹੇ ਹੋ। ਵੀ ਬਹੁਤ ਸਿਆਣੇ ਆ ਸਾਰੇ। ਜੰਗ ਜਾਰੀ ਰੱਖੋ, ਉਹੀ ਹੈ ਨਿਸ਼ਚੈ ਕਰ ਆਪਣੀ ਜੀਤ ਕਰੋ, ਫਿਰ ਹੀ ਸਾਡੀ ਜਿੱਤ ਹੋਣੀ ਹੈ। ਜਿੱਤਾਂਗੇ ਜ਼ਰੂਰ। ਇਹ ਲੋਟੂ ਹੈ ਜਿਹੜੇ ਬਹੁਤੀ ਦੇਰ ਨਹੀਂ ਟਿਕਣਗੇ। ਧੰਨਵਾਦ, ਵਾਹਿਗੁਰੂ ਜੀ ਕਾ। ਜੀ ਮਹਿੰਦਰ ਸਿੰਘ ਜੀ, ਬਹੁਤ ਬਹੁਤ ਸ਼ੁਕਰੀਆ। ਤੁਸੀਂ ਗੱਲ ਸਮੇਟ ਹੀ ਦਿੱਤੀ ਹੈ। ਮੈਨੂੰ ਕਹਿਣ ਦੀ ਕੁਛ ਲੋੜ ਨਹੀਂ ਹੈਗੀ ਕਿ ਜੋ ਘਟਨਾਵਾਂ ਵਾਪਰ ਰਹੀਆਂ ਨੇ ਉਹਨਾਂ ਨੂੰ ਸਿਰਫ ਘਟਨਾਵਾਂ ਨਾ ਕਰਕੇ ਵੇਖੋ, ਉਹਨਾਂ ਦੇ ਪਿਛੋਕੜ ਦੇ ਵਿੱਚ ਕਿਸ ਕਿਸਮ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਨੇ। ਆਉਣ ਵਾਲੇ ਸਮੇਂ ਨੂੰ 22 ਦੀਆਂ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਇਹ ਸਭ ਤੋਂ ਵੱਡੀ ਮਹੱਤਵਪੂਰਨ ਗੱਲ ਹੈ। ਔਰ ਜਿਵੇਂ ਸ਼ਰਮਾ ਜੀ ਦੀ ਗੱਲ ਦੀ ਤਾਇਦ ਕੀਤੀ ਹੈ ਇਹਨਾਂ ਨੇ, ਮਹਿੰਦਰ ਸਿੰਘ ਜੀ ਨੇ, ਅਸੀਂ ਕਦੇ ਵੀ ਹਿੰਸਾ ਦੀ ਜਿਹੜੀ ਹੈ ਉਹ ਪ੍ਰੋੜਤਾ ਨਹੀਂ ਕਰਦੇ, ਉਹਦੇ ਹੱਕ ਵਿੱਚ ਨਹੀਂ ਹੈਗੇ। ਪਰ ਸਰਕਾਰਾਂ ਇਸ ਕਿਸਮ ਦੇ ਮੋਹਰੇ ਰੱਖ ਦਿੰਦੀਆਂ ਨੇ ਕਿ ਉਹਦੇ ਵਿੱਚੋਂ ਲੋਕ ਆਪਣੇ ਆਪ ਹਿੰਸਾ ਵਾਲੇ ਪਾਸੇ ਆ ਜਾਂਦੇ ਆ, ਜੋ ਸਾਡੇ ਸਮਾਜ ਵਾਸਤੇ ਬਹੁਤ ਖਤਰਨਾਕ ਹੁੰਦੀ ਹੈ। ਇਸ ਵੇਲੇ ਲੋਕਾਂ ਨੂੰ ਜ਼ਿਆਦਾ ਸੁਚੇਤ ਹੋਣ ਦੀ ਲੋੜ ਹੈ ਕਿ ਇਹੋ ਜਿਹੀਆਂ ਘਟਨਾਵਾਂ ਤੋਂ ਆਪਾਂ ਬਚੀਏ ਤੇ ਪੰਜਾਬ ਨੂੰ ਕਿਸੇ ਵੱਡੀ ਮੁਸੀਬਤ ਵਿੱਚ ਜਾਣ ਤੋਂ ਰੋਕੀਏ, ਕਿਉਂਕਿ ਕਰੋਨਾ ਨੇ ਸਾਡੇ ਲਈ ਵੱਡੀ ਚਿੰਤਾ ਬਣਾਈ ਹੋਈ ਹੈ। ਦੁਆ ਕਰਦੇ ਹਾਂ ਕਿ ਸਾਰੇ ਅਸੀਂ ਤੰਦਰੁਸਤ ਰਹੀਏ ਔਰ ਸਾਡਾ ਪੰਜਾਬ, ਸਾਡੀ ਦੁਨੀਆ, ਪੂਰੀ ਮਨੁੱਖਤਾ ਸ਼ਾਂਤੀ ਵਿੱਚ ਵਸੇ। ਅੱਜ ਦਾ ਪ੍ਰੋਗਰਾਮ ਸਮਾਪਤ ਕਰਨ ਦੀ ਇੱਥੇ ਹੀ ਦਿਓ ਵੜੈਚ ਨੂੰ ਇਜਾਜ਼ਤ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।